Hello students, I am Manisha, your agriculture faculty. Welcome you all on our CBC online platform. Last time guys पटवारी एग्जाम 89 स्टूडेंट्स to 72 स्टूडेंट्स ਦੀ ਸਿਲੈਕਸ਼ਨ ਹੋਈ ਹੈ ਜੋ ਇਸ ਟਾਈਮ ਐਜ਼ ਅ ਪਟਵਾਰੀ ਜੋਬ ਵੀ ਕਰ ਰਹੇ ਸੋ ਅੱਜ ਆਪਾਂ ਐਗਰੀਕਲਚਰ ਦੇ ਕੁਝ ਵਨ ਲਾਈਨਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ View ਨਾਲ ਬਹੁਤ ਇੰਪੋਰਟੈਂਟ ਰਹਿਣਗੇ ਔਰ ਆਪਾਂ ਜਿਹੜਾ ਪ੍ਰੋਪਰ ਡਿਟੇਲ ਵਾਈਜ਼ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ ਅਗਰ ਤੁਸੀਂ ਆਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਆਫੀਸ਼ੀਅਲ ਵੈਬਸਾਈਟ 'ਤੇ ਵਿਜ਼ਿਟ ਕਰੋ that is www.cbcexamguru.in. Okay guys, as you see our Android app that is CBC Exam Guru ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ ਤੇ ਸਟੋਰ ਤੇ ਵਿਜ਼ਿਟ ਕਰਕੇ ਜਿਹੜਾ ਹੈ ਟੈਸਟ ਸੀਰੀਜ਼ ਅਵੇਲੇਬਲ ਆ ਉਹ ਪਰਚੇਜ਼ ਕਰ ਸਕਦੇ ਹੋ ਪਟਵਾਰੀ ਦੇ ਕ੍ਰੈਸ਼ ਕੋਰਸਿਸ ਆ ਉਹ ਜਿਹੜਾ ਹੈ ਪਰਚੇਜ਼ ਕਰ ਸਕਦੇ ਹੋ ਓਕੇ ਗਾਈਜ਼ and contact number also mentioned that is 7814109600 ਕੰਟੈਕਟ ਕਰਕੇ ਤੁਸੀਂ ਪ੍ਰੋਪਰ ਇਨਫੋਰਮੇਸ਼ਨ ਜਿਹੜਾ ਹੈ ਕ੍ਰੈਸ਼ ਕੋਰਸਿਸ ਦੀ ਜਾਂ ਫਿਰ ਟੈਸਟ ਸੀਰੀਜ਼ ਦੀ ਲੈ ਸਕਦੇ ਹੋ ਐਜ਼ ਯੂ ਨੋ ਗਾਈਜ਼ YouTube 'ਤੇ ਆਲਰੇਡੀ ਬਹੁਤ ਸਾਰੀਆਂ ਵੀਡੀਓਜ਼ ਅਵੇਲੇਬਲ ਹੈ ਅਪਲੋਡ ਹੋ ਚੁੱਕੀਆਂ ਠੀਕ ਹੈ ਉਹ ਤੁਸੀਂ ਜਿਹੜਾ ਹੈ ਅਨਰੋਲ ਕਰ ਸਕਦੇ ਹੋ ਦੇਖ ਸਕਦੇ ਹੋ ਜਿਹੜਾ ਤੁਹਾਡੇ ਐਗਜ਼ਾਮ ਓਰੀਐਂਟਡ ਕੁਐਸਚਨਸ ਹੈ ਆਲਰੇਡੀ ਫਰੇਮਡ ਹੈ ਐਂਡ ਐਨੀ ਹਾਊ ਜੋ ਤੁਹਾਡਾ PDFs ਹੈ ਠੀਕ ਹੈ ਜਿਹੜਾ YouTube 'ਤੇ ਜਿਹੜਾ ਵੀ ਸੈਸ਼ਨ ਚੱਲਦਾ PDF ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗੀ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ ਲਿੰਕ ਜੋ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਹੈ ਦੈਟ ਇਜ਼ CBC ਐਗਜ਼ਾਮ ਗੁਰੂ ਜੋ ਹੈ ਆਪਣਾ ਟੈਲੀਗ੍ਰਾਮ ਚੈਨਲ ਹੈ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਓਕੇ ਗਾਈਜ਼ ਸੋ ਦੈਟਸ ਇਟ ਨਾਓ ਮੂਵ ਟੂ ਅਵਰ ਸੈਸ਼ਨ our first question that is agriculture word is derived from which ਜੋ ਐਗਰੀਕਲਚਰ ਵਰਡ ਹੈ ਕਿੱਥੋਂ ਡਰਾਈਵ ਹੁੰਦਾ ਠੀਕ ਹੈ ਕਿੱਥੋਂ ਆਇਆ ਕਿੱਥੋਂ ਐਗਰੀਕਲਚਰ ਤਾਂ ਐਗਰੀਕਲਚਰ ਵਰਡ ਇਜ਼ ਆ ਡਰਾਈਵਡ ਫਰੋਮ ਲੈਟਿਨ ਵਰਡ ਠੀਕ ਹੈ ਜਿਹੜਾ ਐਗਰੀਕਲਚਰ ਵਰਡ ਆ ਉਹ ਇੱਕ ਤਰ੍ਹਾਂ ਦਾ ਲੈਟਿਨ ਵਰਡ ਆ ਕਿੱਥੋਂ ਬਣਿਆ ਐਗਰੀ ਪਲਸ ਕਲਚਰ ਮਿਲ ਕੇ ਜਿਹੜਾ ਹੈ ਆਪਣਾ ਐਗਰੀਕਲਚਰ ਬਣਿਆ ਤਾਂ ਇਹ ਲੈਟਿਨ ਵਰਡ ਆ ਐਗਰੀ ਦਾ ਮਤਲਬ ਹੁੰਦਾ ਸੋਇਲ ਠੀਕ ਹੈ ਸੋਇਲ ਐਂਡ ਕਲਚਰ ਦਾ ਮਤਲਬ ਹੁੰਦਾ ਕਲਟੀਵੇਸ਼ਨ so if I say join two words cultivation of soil is known as agriculture ਠੀਕ ਹੈ ਜ਼ਮੀਨ ਦੀ ਵਾਈ ਨੂੰ ਕੀ ਕਿਹਾ ਜਾਂਦਾ ਐਗਰੀਕਲਚਰ ਕਿਹਾ ਜਾਂਦਾ ਜ਼ਮੀਨ ਨੂੰ ਕਿਸ ਤਰੀਕੇ ਨਾਲ ਵਾਹੁਣਾ ਕਿੱਦਾਂ ਵਾਹੁਣਾ ਕਿਹੜੇ ਇੰਪਲੀਮੈਂਟਸ ਨਾਲ ਔਰ ਉਹਨੂੰ ਇਸ ਤਰੀਕੇ ਨਾਲ ਵਾਹੁਣਾ ਜ਼ਮੀਨ ਨੂੰ ਕਿ ਉਹਦੇ ਵਿੱਚ ਇੱਦਾਂ ਦੀਆਂ ਕੰਡੀਸ਼ਨਸ ਕ੍ਰੀਏਟ ਹੋ ਜਾਣ ਤਾਂ ਕਿ ਆਪਣਾ ਜਦੋਂ ਸੀਡ ਲਾਈਏ ਜਰਮੀਨੇਸ਼ਨ ਹੋ ਜਾਵੇ ਪੁੰਗਰ ਵੀ ਜਾਵੇ ਉਹਦਾ ਅੱਛਾ ਕ੍ਰੌਪ ਸਟੈਂਡ ਹੋ ਜਾਵੇ ਆਪਣਾ ਐਂਡ ਓਵਰਆਲ ਜਿਹੜਾ ਹੈ ਅੱਛਾ ਆਪਣੀ ਜਿਹੜੀ ਹੈ ਮੈਚੋਰਟੀ ਹੋਵੇ ਵਧੀਆ ਝਾੜ ਨਿਕਲ ਆਵੇ ਠੀਕ ਹੈ ਇਸ ਤਰੀਕੇ ਨਾਲ ਜ਼ਮੀਨ ਦੀ ਵਾਈ ਕਰਨੀ ਹੈ ਦੈਟ ਇਜ਼ ਕਲਟੀਵੇਸ਼ਨ ਆਫ ਸੋਇਲ ਉਹਦੇ 'ਚ ਇੱਦਾਂ ਦੀਆਂ ਫਿਜ਼ੀਕਲ ਕੰਡੀਸ਼ਨਸ ਕ੍ਰੀਏਟ ਹੋ ਜਾਣ ਕਿ ਆਪਣਾ ਜਿਹੜਾ ਅੱਛਾ ਕ੍ਰੌਪ ਸਟੈਂਡ ਆ ਜਾਏ ਔਰ ਆਪਣਾ ਝਾੜ ਵਧੀਆ ਆ ਜਾਏ ਠੀਕ ਹੈ ਸੋ ਦਿਸ ਇਜ਼ ਨੋਨ ਐਜ਼ ਐਗਰੀਕਲਚਰ cultivation of soil is known as agriculture it is Latin word next the branch of agriculture science which deals with principles and practices of soil water and crop management ਠੀਕ ਹੈ ਇਹ ਹੈ ਕੁਝ ਇੱਦਾਂ ਦੇ ਪ੍ਰਿੰਸੀਪਲਸ ਹੈ ਕੁਝ ਸਿਧਾਂਤ ਹੈ ਕੋਈ ਜਿਹੜਾ ਹੈ ਪ੍ਰੈਕਟਿਸਿਸ ਹੈ ਕੰਮ ਕੀਤਾ ਜਾਂਦਾ ਸੋਇਲ ਦੇ ਉੱਪਰ ਹੋਵੇ ਚਾਹੇ ਉਹ ਪਾਣੀ ਦੇ ਰਿਲੇਟਡ ਹੋਵੇ ਅਤੇ ਕਰੋਪ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਠੀਕ ਹੈ ਉਹੀ ਹੈ ਕਿ ਤੁਸੀਂ ਜ਼ਮੀਨ ਸੋਇਲ ਹੈ ਉਹਨੂੰ ਕਿਸ ਤਰੀਕੇ ਨਾਲ ਵਾਹੁਣਾ ਠੀਕ ਹੈ ਉਹਦੇ ਵਿੱਚ ਜਿਹੜਾ ਆਪਣੀਆਂ ਇੱਦਾਂ ਦੀਆਂ ਕੰਡੀਸ਼ਨਸ ਕ੍ਰੀਏਟ ਹੋ ਜਾਣ ਜਿਹੜੀਆਂ ਆਪਣੇ ਲਈ ਬੈਨੀਫਿਸ਼ੀਅਲ ਹੋਣੇ ਨਾ ਤਾਂ ਕਿ ਆਪਣੀ ਜਰਮੀਨੇਸ਼ਨ ਹੋ ਸਕੇ ਅੱਛੀ ਕ੍ਰੌਪ ਸਟੈਂਡ ਹੋ ਸਕੇ ਵਧੀਆ ਝਾੜ ਆ ਜਾਏ ਆਪਾਂ ਪਾਣੀ ਨੂੰ ਕਿਵੇਂ ਮੈਨੇਜ ਕਰਨਾ ਠੀਕ ਹੈ ਪਾਣੀ ਕਿਸ ਤਰੀਕੇ ਨਾਲ ਦੇਣਾ ਔਰ ਕਿੱਦਾਂ ਕੰਜ਼ਰਵ ਕਰਨਾ ਕਿੰਨਾ ਦੇਣਾ ਪਾਣੀ ਔਰ ਕਿੰਨੇ ਇੰਟਰਵਲ ਦੇ ਉੱਪਰ ਆਪਾਂ ਕਰੋਪ ਨੂੰ ਪਾਣੀ ਦੇਣਾ ਇਹ ਜਿਹੜਾ ਸਾਰਾ ਮੈਨੇਜ ਕਰਨਾ ਔਰ ਕਰੋਪ ਨੂੰ ਕਿਸ ਤਰੀਕੇ ਨਾਲ ਮੈਨੇਜਮੈਂਟ ਕਰਨੀ ਹੈ
ਕਿੰਨਾ ਬੀ ਪਾਉਣਾ, ਠੀਕ ਹੈ, ਉਹ ਹੋ ਗਿਆ। ਜਦੋਂ ਪੁੰਗਰ ਗਿਆ ਉਦੋਂ ਬਾਅਦ ਕੋਈ ਆਪਰੇਸ਼ਨ ਕਰਨਾ, ਕਿੰਨਾ ਜਿਹੜਾ ਪੂਰੇ ਉਹਦੇ ਲਾਈਫ ਸਾਈਕਲ ਦੇ ਵਿੱਚ ਤੁਸੀਂ ਫਰਟੀਲਾਈਜ਼ਰ ਪਾਉਣਾ, ਕਿੰਨਾ ਮਨਿਓਰ ਪਾਉਣਾ, ਕਿੰਨਾ ਕਦੋਂ ਕਦੋਂ ਜਿਹੜਾ ਹੈ ਪਾਣੀ ਲਾਉਣਾ, ਕਦੋਂ ਕਦੋਂ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਹੋਇੰਗ ਕਰਨੀ ਹੈ, ਵੀਡਿੰਗ ਕਰਨੀ ਹੈ, ਨਦੀਨ ਪੁੱਟਣੇ ਆ, ਠੀਕ ਹੈ। ਹੋਰ ਕੋਈ ਕਲਚਰ ਆਪਰੇਸ਼ਨ ਅਗਰ ਕਰੋਪ ਦੇ ਵਿੱਚ ਉਹਦੇ ਲਾਈਫ ਸਾਈਕਲ 'ਚ ਰਹਿੰਦਾ ਤਾਂ ਉਹ ਵੀ ਕਰਨਾ। ਐਂਡ ਓਵਰਆਲ ਜਿਹੜਾ ਉਹ ਦੇਖਣਾ ਕਿ ਮੈਚੋਰਟੀ ਹੋ ਚੁੱਕੀ, ਐਂਡ ਉਦੋਂ ਜਿਹੜਾ ਆਪਾਂ ਉਹਦੀ ਹਾਰਵੈਸਟਿੰਗ ਵੀ ਕਰਨੀ ਹੈ, ਠੀਕ ਹੈ। ਤਾਂ ਸਾਰੇ ਜਿਹੜਾ ਹੈ ਉਹਦੀ ਸੀਡ ਲਾਉਣ ਤੋਂ ਲੈ ਕੇ ਆਪਾਂ ਕਹਿੰਦੇ ਆਪਾਂ ਆਪਣੀ ਕਰੋਪ ਵੱਢਣ ਤੱਕ ਜਿਹੜੀ ਵੀ ਜ਼ਿੰਮੇਵਾਰੀ ਹੁੰਦੀ ਹੈ, ਇਹ ਹੁੰਦਾ ਸਾਰਾ ਕਰੋਪ ਮੈਨੇਜਮੈਂਟ, ਠੀਕ ਹੈ। ਇਹ ਸਾਰਾ ਕਿਹਦੇ ਅੰਦਰ ਆਉਂਦਾ, ਅਗਰੋਨਮੀ। ਅਗਰੋਨਮੀ ਇਜ਼ ਲਾਈਕ ਕਿ ਸਾਰਾ ਜਿਹੜਾ ਕਰੋਪਸ ਦੇ ਰਿਗਾਰਡਿੰਗ ਹੈ, ਤਾਂ ਇਹਦੇ ਵਿੱਚ ਸਾਰੀਆਂ ਕਰੋਪਸ ਆ ਜਾਂਦੀਆਂ, ਉਹਨੂੰ ਕਿਸ ਤਰੀਕੇ ਨਾਲ ਆਪਾਂ ਪ੍ਰਿੰਸੀਪਲ ਅਤੇ ਪ੍ਰੈਕਟਿਸਿਸ ਹੈ, ਮਤਲਬ ਵਾਟਰ ਦੇ ਆ, ਸੋਇਲ ਦੇ ਅਤੇ ਕਰੋਪ ਦੀ ਮੈਨੇਜਮੈਂਟ ਦੇ ਆ। Okay, so the right answer is that is agronomy. Next, agronomy word ਹੈ ਜਿਹੜਾ ਉਹ ਡਰਾਈਵ ਹੁੰਦਾ ਹੈ ਦੋ ਵਰਡਸ ਤੋਂ ਡਰਾਈਵ ਹੁੰਦਾ, ਔਰ ਇਹ ਗ੍ਰੀਕ ਵਰਡ ਹੈ agronomy, ਠੀਕ ਹੈ। ਯਾਦ ਰੱਖਣਾ, ਜਿਵੇਂ ਐਗਰੀਕਲਚਰ ਤਾਂ ਲੈਟਿਨ ਵਰਡ ਹੈ, ਪਰ ਜਿਹੜੀ agronomy ਹੈ ਅੱਗੋਂ ਉਹ ਗ੍ਰੀਕ ਵਰਡ ਹੈ ਐਗਰੋਜ਼। ਐਗਰੋਜ਼ means field and nomos means manage, ਠੀਕ ਹੈ। ਐਗਰੋਜ਼ ਐਗਰੋਨਮੀ ਵਰਡ ਜਿਹੜਾ ਹੈ, ਐਗਰੋਜ਼ ਮੀਨਸ ਫੀਲਡ ਐਂਡ ਨੋਮਸ ਮੀਨਸ ਮੈਨੇਜ, ਸੋ ਮੈਨੇਜਮੈਂਟ ਆਫ ਦਾ ਫੀਲਡ ਇਜ਼ ਨੋਨ ਐਜ਼ ਐਗਰੋਨਮੀ, ਠੀਕ ਹੈ। ਤਾਂ ਆਪਾਂ ਕਿਸ ਤਰੀਕੇ ਨਾਲ ਮੈਨੇਜ ਕਰਨਾ ਫੀਲਡ ਨੂੰ, ਉਹਦੀ ਸੀਡ ਲਾਉਣ ਤੱਕ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਉਹਦੀ ਹਾਰਵੈਸਟਿੰਗ ਤੱਕ, ਮੈਚੋਰਟੀ ਤੱਕ ਕਿਸ ਤਰੀਕੇ ਨਾਲ ਫੀਲਡ ਨੂੰ ਮੈਨੇਜ ਕਰਨਾ, ਕਦੋਂ ਪਾਣੀ ਲਾਉਣਾ, ਕਦੋਂ ਨਦੀਨ ਪੱਟਣੇ ਆ, ਕਦੋਂ ਬੀ ਲਾਉਣਾ, ਕਿੰਨਾ ਲਾਉਣਾ, ਐਂਡ ਜਿਹੜਾ ਹੈ ਕਦੋਂ ਮੈਚੋਰ ਹੋ ਗਈ, ਕਦੋਂ ਆਪਾਂ ਵੱਢਣੀ ਹੈ। ਤਾਂ ਇਹ ਜਿਹੜੀਆਂ ਸਾਰੀਆਂ ਐਗਰੋਨਮਿਕ ਪ੍ਰੈਕਟਿਸਿਸ ਹੈ ਇਹਦੇ ਅੰਦਰ ਆ ਜਾਣਗੀਆਂ। ਇਹ ਗ੍ਰੀਕ ਵਰਡ ਹੈ ਐਗਰੋਨਮੀ, ਐਗਰੋਜ਼ ਪਲਸ ਨੋਮੋਸ। ਐਗਰੋਜ਼ ਮੀਨਸ ਫੀਲਡ ਐਂਡ ਨੋਮੋਸ ਮੀਨ ਮੈਨੇਜਮੈਂਟ ਆਫ, ਜੋ ਆਪਾਂ ਕਹਿ ਸਕਦੇ ਹਾਂ ਫੀਲਡ, ਦਿਸ ਇਜ਼ ਨੋਨ ਐਜ਼ ਐਗਰੋਨਮੀ। ਓਕੇ ਗਾਈਜ਼, ਨੈਕਸਟ, ਕ੍ਰੋਪਸ ਵਿਚ ਆਰ ਕਲਟੀਵੇਟਿਡ ਔਨ ਪਲੋਟ ਲੈਂਡ, ਠੀਕ ਹੈ। ਜਿਹਨੂੰ ਕ੍ਰੋਪਸ ਇੱਦਾਂ ਦੀ ਹੈ ਜਿਹਨੂੰ ਕਲਟੀਵੇਟ ਕੀਤਾ ਜਾਂਦਾ ਪਲੋਟ ਲੈਂਡ 'ਤੇ, ਜਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਇੱਦਾਂ ਦੀਆਂ ਕ੍ਰੋਪਸ ਜਿਹਨੂੰ ਪ੍ਰੋਪੇਟਰੀ ਟਿਲੇਜ ਦੀ ਲੋੜ ਹੈ, ਠੀਕ ਹੈ। ਇੱਦਾਂ ਕ੍ਰੋਪਸ ਵਿੱਚ ਰਿਕੁਆਇਰਸ ਪ੍ਰੋਪੇਟਰੀ ਟਿਲੇਜ, ਮਤਲਬ ਇਹਨਾਂ ਨੂੰ ਪ੍ਰੋਪੇਟਰੀ ਟਿਲੇਜ ਦੀ ਲੋੜ ਹੁੰਦੀ ਹੈ, ਪ੍ਰੋਪਰ ਜ਼ਮੀਨ ਨੂੰ ਵਾਹਣ ਦੀ ਜ਼ਰੂਰਤ ਹੁੰਦੀ ਹੈ, ਪ੍ਰੋਪਰ ਜ਼ਮੀਨ ਦੇ ਵਿੱਚ ਵਾਹੀ ਕਰਨ ਦੀ ਜ਼ਰੂਰਤ ਹੈ, ਵਾਹੀ ਕਰਕੇ ਉਹ ਕੰਡੀਸ਼ਨਸ ਕ੍ਰੀਏਟ ਕਰਨ ਦੀ ਜ਼ਰੂਰਤ ਹੈ ਕਿ ਜਿਹੜੀਆਂ ਕਰੋਪ ਦੀ ਆਪਾਂ ਕਹਿ ਸਕਦੇ ਹਾਂ ਸੀਡ ਦੀ ਜਰਮੀਨੇਸ਼ਨ ਨੂੰ ਸੂਟੇਬਲ ਹੋਣ, ਠੀਕ ਹੈ। ਆਪਾਂ ਸੀਡ ਲਾਈਏ, ਵਧੀਆ ਪੁੰਗਰ ਜਾਵੇ, ਫਿਰ ਅੱਛਾ ਉਹਦਾ ਕਰੋਪ ਸਟੈਂਡ ਹੋ ਜਾਵੇ, ਐਂਡ ਬਾਅਦ 'ਚ ਉਹਦਾ ਵਧੀਆ ਝਾੜ ਆ ਜਾਵੇ, ਠੀਕ ਹੈ। ਤਾਂ ਪ੍ਰੋਪਰ ਉਹਨੂੰ ਜਿਹੜੀ ਹੈ ਪ੍ਰੀਪੇਅਰ ਕਰਨ ਦੀ ਲੋੜ ਹੁੰਦੀ ਹੈ ਸੋਇਲ ਨੂੰ। ਤਾਂ ਆਪਾਂ ਕਹਿ ਸਕਦੇ ਹਾਂ ਕਰੋਪਸ ਵਿਚ ਆਰ ਕਲਟੀਵੇਟਿਡ ਔਨ ਪਲੋਡ ਲੈਂਡ, ਜਿਹੜੀ ਪਲੋਇੰਗ ਕੀਤੀ ਹੋਈ ਲੈਂਡ ਹੈ ਉੱਥੇ ਹੀ ਉਹ ਗਰੋ ਹੋ ਸਕਦੀਆਂ, ਠੀਕ ਹੈ। ਤਾਂ ਉਹ ਜਿਵੇਂ ਐਗਜ਼ਾਮਪਲ ਹੈ, ਇਹਨਾਂ ਨੂੰ ਕਿਹਾ ਜਾਂਦਾ ਅਰੇਬਲ ਕ੍ਰੋਪਸ ਕਿਹਾ ਜਾਂਦਾ। ਜੇ ਮੈਂ ਐਗਜ਼ਾਮਪਲ ਦੀ ਗੱਲ ਕਰਾਂ ਤਾਂ ਇਹਦੇ 'ਚ ਆ ਜਾਂਦਾ ਪੋਟੈਟੋ, ਰਾਈਸ। ਪੋਟੈਟੋ ਹੈ, ਰਾਈਸ ਹੈ, ਸ਼ੂਗਰ ਕੇਨ ਹੈ, ਠੀਕ ਹੈ। ਹੋਰ ਪੋਟੈਟੋ, ਰਾਈਸ, ਸ਼ੂਗਰ ਕੇਨ, ਮੇਜ਼, ਤੰਬਾਕੂ, ਇਹ ਐਗਜ਼ਾਮਪਲ ਆ ਸਾਰਿਆਂ ਦੇ, ਪੋਟੈਟੋ, ਰਾਈਸ, ਤੰਬਾਕੂ, ਮੇਜ਼, ਸ਼ੂਗਰ ਕੇਨ। ਓਕੇ, that are arable crops. Next, the agroforestry practice in which perennial prefer leguminous trees or shrubs are grown simultaneously with arable crops, ਠੀਕ ਹੈ। ਤੁਹਾਡੇ ਜਿਹੜਾ ਮੰਨ ਲਓ ਟਰੀ ਲੱਗਿਆ, ਟਰੀ ਟੂ ਟਰੀ ਜਿਹੜੀ ਵਿੱਚ ਥੱਲੇ ਜਗ੍ਹਾ ਪਈ ਹੈ, ਜ਼ਮੀਨ ਬਚਦੀ ਹੈ,
ਠੀਕ ਹੈ। ਮਤਲਬ ਇਹਨਾਂ ਟਰੀਜ਼ ਦੇ ਵਿੱਚ ਜਿਹੜੀ ਆਪਣੀ ਰੋਜ਼ ਦੇ ਵਿੱਚ ਜਿਹੜੀ ਆਪਣੀ ਜਗ੍ਹਾ ਬਚਦੀ ਹੈ, ਤਾਂ ਉੱਥੇ ਆਪਾਂ ਕਰੋਪਸ ਨੂੰ ਜਿਹੜੇ ਹਨ ਗਰੋ ਕਰ ਦਿੰਦੇ ਹਾਂ, ਦੈਟ ਇਜ਼ ਨੋਨ ਐਜ਼ ਐਲੇ ਕਰੋਪਸ। ਕਿ ਆਪਣੇ ਕੋਈ ਟਰੀਜ਼ ਤਾਂ ਲੱਗੇ ਹੋਏ ਸੀ, ਠੀਕ ਹੈ, ਟਰੀਜ਼ ਦੇ ਨਾਲ ਤੁਸੀਂ ਕੋਈ ਕਰੋਪ ਲਾਤੀ, ਦੈਟ ਇਜ਼ ਨੋਨ ਐਜ਼ ਐਗਰੋ ਫੋਰੈਸਟਰੀ ਵੀ ਕਹਿ ਸਕਦੇ ਹਾਂ। ਤਾਂ ਇਹ ਵਾਲੀ ਕਰੋਪਸ ਨੂੰ ਕੀ ਕਹਿੰਦਾ, ਐਲੇ ਕਰੋਪਸ ਕਹਿੰਦਾ, ਕਿ ਜਿਹੜੀਆਂ ਐਲੇ ਕਰੋਪਸ ਗਰੋ ਕਰਤੀਆਂ, ਕਿਉਂਕਿ ਟਰੀਜ਼ ਜਿਹੜੇ ਹੈ ਆਪਣਾ ਬਾਗ ਵਗੈਰਾ ਜਾਂ ਫੋਰੈਸਟ ਵਗੈਰਾ ਲੱਗਿਆ ਹੋਇਆ, ਉਹਦੇ ਥੱਲੇ ਆਪਾਂ ਜਿਹੜੀਆਂ ਕਰੋਪਸ ਕੁਛ ਲਾਤੀਆਂ। ਓਕੇ, ਸੋ ਇਹ ਹੁੰਦੀਆਂ ਐਲੇ ਕਰੋਪਸ ਹੁੰਦੀਆਂ। ਇਹ ਕਾਹਦੇ ਵਾਸਤੇ ਲਾਉਂਦੇ ਹਾਂ, ਕਿ ਇਹ ਲਗਾਵਾਂਗੇ ਤਾਂ ਆਪਣੀ ਸੋਇਲ ਦੀ ਫਰਟੀਲਿਟੀ ਇਨਹੈਂਸ ਹੋਊਗੀ, ਠੀਕ ਹੈ, ਸੋਇਲ ਦੇ ਅੰਦਰ ਨਿਊਟਰੈਂਟਸ ਦੀ ਮਾਤਰਾ ਵਧੂਗੀ, ਜਿਹੜੀ ਹੈ ਫਰਟੀਲਿਟੀ ਵਧੂਗੀ। ਹੋਰ ਕੀ ਹੈ ਇਹਦੇ ਵਿੱਚ, ਇਹ ਹੁੰਦਾ ਕਿ ਆਪਣੀ ਇਰੋਜ਼ਨ ਤੋਂ ਪ੍ਰੀਵੈਂਟ ਕਰੂਗੀ ਸੋਇਲ ਨੂੰ। ਸੋਇਲ ਅਦਰਵਾਈਜ਼ ਸੋਇਲ ਇਰੋਜ਼ਨ ਕੀ ਹੁੰਦਾ ਕਿ ਰਿਮੂਵਲ ਆਫ ਸੋਇਲ ਵਿਦ ਦ ਹੈਲਪ ਆਫ ਵਿੰਡ ਐਂਡ ਵਾਟਰ। ਬਹੁਤ ਜ਼ਿਆਦਾ ਤੇਜ਼ ਹਵਾਵਾਂ ਨਾਲ ਜਿਹੜਾ ਹੈ ਆਪਣੀ ਭੂਮੀ ਖੋਹ ਹੋ ਜਾਣਾ ਸੀ, ਠੀਕ ਹੈ, ਰਿਮੂਵਲ ਆਫ ਸੋਇਲ ਹੋ ਜਾਣਾ ਸੀ। ਜਿਹੜੀ ਅੱਪਰ ਲੇਅਰਸ ਆ, ਸੋਇਲ ਦੀ ਅੱਪਰ ਲੇਅਰਸ ਆ, ਉਹਨਾਂ ਤੋਂ ਜਿਹੜਾ ਹੈ ਉਹਨਾਂ ਦੀ ਆਪਣੀ ਮਿੱਟੀ ਰਿਮੂਵ ਹੋ ਜਾਣੀ ਸੀ। ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲੀਆਂ ਜਾਂ ਫਿਰ ਜਿਹੜਾ ਹੈ ਪਾਣੀ ਦਾ ਵਹਾਅ ਆ, ਤਾਂ ਇਹਨੂੰ ਕਹਿੰਦੇ ਆ ਸੋਇਲ ਇਰੋਜ਼ਨ ਕਹਿੰਦੇ ਆ। ਦੈਟ ਇਜ਼ ਰਿਮੂਵਲ ਆਫ ਸੋਇਲ ਵਿਦ ਦਾ, ਆਪਾਂ ਕਹਿ ਸਕਦੇ ਹਾਂ ਵਿੰਡਸ ਨਾਲ, ਵਾਟਰ ਦੇ ਨਾਲ। ਤਾਂ ਉਹ ਤੋਂ ਵੀ ਪ੍ਰੀਵੈਂਟ ਕੀਤਾ ਕਿ ਸੋਇਲ ਇਰੋਜ਼ਨ ਦੀ ਸਮੱਸਿਆ ਨਹੀਂ ਆਈ, ਕਿਉਂਕਿ ਆਪਾਂ ਜਿਹੜਾ ਲਾਏ ਸੀਗੇ ਪੇੜਾਂ ਦੇ ਨਾਲ ਆਪਾਂ ਕਰੋਪਸ ਵੀ ਲਾਤੀ, ਜਿਹੜੀ ਖਾਲੀ ਜਗ੍ਹਾ ਬਚਦੀ ਸੀ। ਤਾਂ ਇਹ ਜਿਹੜਾ ਹੈ ਕਾਫੀ ਅੱਛਾ ਸਿਸਟਮ ਹੈ। ਐਗਜ਼ਾਮਪਲ ਇਹਨਾਂ ਦੇ ਜਿਹੜਾ ਹੈ ਗਰੋ ਕੀਤੇ ਜਾਂਦੇ ਆ, ਦੈਟ ਇਜ਼ ਉੜਦ, ਉੜਦ ਲਾਈ ਜਾਂਦੀ, ਉੜਦ ਦੀ ਜਿਹੜੇ ਦਾਲ ਹੁੰਦੀ ਹੈ। ਹੋਰ ਸਵੀਟ ਪੋਟੈਟੋ, ਸਵੀਟ ਪੋਟੈਟੋ, ਉੜਦ, टर्मरिक, हल्दी जो है, टर्मरिक ला दो, हल्दी, और जिंजर लगा दो, अदरक, जिंजर। ਇਹ ਜਿਹੜੀਆਂ ਕ੍ਰੌਪਸ ਗਰੋ ਕੀਤੀਆਂ ਜਾਂਦੀਆਂ, ਉੜਦ, ਸਵੀਟ ਪੋਟੈਟੋ, ਟਰਮਰਿਕ ਐਂਡ ਜਿੰਜਰ। ਸੋ ਗਾਈਜ਼, ਇੱਦਾਂ ਦੀਆਂ ਕ੍ਰੌਪਸ ਨੂੰ ਕੀ ਕਿਹਾ ਜਾਂਦਾ, ਐਲੇ ਕ੍ਰੌਪਸ ਕਿਹਾ ਜਾਂਦਾ, ਜੋ ਟਰੀਜ਼ ਦੇ ਨਾਲ ਨਾਲ ਜਿਹੜੀਆਂ ਕ੍ਰੌਪਸ ਗਰੋ ਕੀਤੀਆਂ ਜਾਂਦੀਆਂ, ਠੀਕ ਹੈ, ਜਾਂ ਫਿਰ ਹੈਜਰੋ ਇੰਟਰ ਕ੍ਰੌਪਸ ਵੀ ਕਿਹਾ ਜਾਂਦਾ। ਨੈਕਸਟ, ਕ੍ਰੌਪਸ ਵਿਚ ਆਰ ਗਰੋਨ ਟੂ ਸਪਲੀਮੈਂਟ ਦਾ ਯੀਲਡ ਆਫ ਮੇਨ ਕ੍ਰੌਪ। ਇੱਦਾਂ ਦੀ ਕ੍ਰੌਪਸ ਨੂੰ ਤੁਸੀਂ ਗਰੋ ਕਰਤਾ, ਜਿਹੜੀ ਮੇਨ ਕ੍ਰੌਪ ਦੀ ਯੀਲਡ ਨੂੰ ਵੀ ਸਪਲੀਮੈਂਟ ਕਰਦਾ, ਉਹਦੀ ਯੀਲਡ ਨੂੰ ਵੀ ਇਨਕਰੀਜ਼ ਕਰਦਾ, ਠੀਕ ਹੈ। ਆਪਾਂ ਮੇਨ ਕ੍ਰੌਪ ਲਾਇਆ, ਉਹਦੀ ਯੀਲਡ ਨੂੰ ਸਪਲੀਮੈਂਟ ਕਰਤਾ, ਕਿ ਉਹਦੀ ਜਿਹੜੀ ਹੈ ਯੀਲਡ ਹੈ ਉਹ ਵੀ ਵਧਾ ਦਿੰਦਾ, ਉਹਦਾ ਝਾੜ ਵੀ ਵਧਾ ਦਿੰਦਾ। ਇੱਦਾਂ ਦੀ ਕ੍ਰੌਪ ਤੁਸੀਂ ਉਹਦੇ ਨਾਲ ਗਰੋ ਕਰਤੀ, ਜਿਵੇਂ ਉਹਨੂੰ ਇੱਦਾਂ ਦੀਆਂ ਕ੍ਰੌਪਸ ਨੂੰ ਕਹਿੰਦੇ ਊਗਮੈਂਟਿੰਗ ਕ੍ਰੌਪਸ, ਦੈਟ ਆਰ ਊਗਮੈਂਟਿੰਗ ਕ੍ਰੌਪਸ ਹੈ, ਕਿ ਆਪਾਂ ਇੱਦਾਂ ਦੀ ਕੋਈ ਕ੍ਰੌਪ ਲਾਤੀ ਜਿਹੜੀ ਆਪਣੀ ਮੇਨ ਕ੍ਰੌਪ ਹੈ ਉਹਦਾ ਝਾੜ ਵੀ ਉਹਨੇ ਆ ਕੇ ਵਧਾ ਤਾ। ਮੈਂ ਕੁਛ ਇਹਦੀ ਐਗਜ਼ਾਮਪਲ ਦੇਣਾ ਚਾਹੂੰਗੀ, ਦੈਟ ਇਜ਼ ਮਸਟਰਡ ਵਿਦ ਬਰਸੀਮ। ਮਸਟਰਡ ਦੇ ਨਾਲ ਮੈਂ ਬਰਸੀਮ ਲਾਤੀ, ਕੈਬੇਜ ਦੇ ਨਾਲ ਮੈਂ ਬਰਸੀਮ ਲਾਤੀ, ਠੀਕ ਹੈ। ਮਸਟਰਡ ਵਿਦ ਬਰਸੀਮ, cabbage with berseem, mustard with berseem, and cabbage with berseem, cabbage with mustard, cabbage with mustard। okay guys, so that's it। ਇੱਦਾਂ ਦੀਆਂ crops ਨੂੰ ਆਪਾਂ ਕੀ ਕਵਾਂਗੇ, that are augmenting crops। next, crops which protect another crop from trespassing of animals and restrict the speed of wind and also mainly grown border, ਠੀਕ ਹੈ। ਮੇਨਲੀ ਆਪਾਂ ਕਹਿ ਸਕਦੇ ਹਾਂ ਬਾਰਡਰ 'ਤੇ ਗਰੋ ਹੁੰਦੀਆਂ, ਠੀਕ ਹੈ। ਬਾਰਡਰ ਕ੍ਰੌਪਸ ਹੁੰਦੀਆਂ, ਗਾਰਡ ਕ੍ਰੌਪਸ ਉਹ ਕ੍ਰੌਪਸ ਹੁੰਦੀਆਂ ਜਿਹੜੀ ਬਾਰਡਰਾਂ 'ਤੇ ਗਰੋ ਕੀਤੀ ਜਾਂਦੀਆਂ, ਠੀਕ ਹੈ। ਤਾਂ ਇਹ ਜਿਹੜੀਆਂ ਹੁੰਦੀਆਂ ਆਪਣੀ ਅਨਦਰ ਕ੍ਰੌਪ ਨੂੰ ਪ੍ਰੀਵੈਂਟ ਕਰਾਉਂਦੀਆਂ, ਦੂਜੀ ਕ੍ਰੌਪ ਨੂੰ ਪ੍ਰੀਵੈਂਟ ਕਰਾਉਂਦੀਆਂ ਟਰੈਸਪਾਸਿੰਗ ਆਫ ਐਨੀਮਲਸ, ਕਿ ਐਨੀਮਲ ਦੇ ਜਾਂ ਆਪਾਂ ਕਹਿ ਸਕਦੇ ਹਾਂ ਐਨੀਮਲਸ ਦੇ ਪਾਸਿੰਗ ਤੋਂ ਬਚਾਉਂਦੀਆਂ, ਕਿ ਆਪਣੇ ਫਾਰਮ ਦੇ ਵਿੱਚ, ਫੀਲਡ ਦੇ ਵਿੱਚ ਐਨੀਮਲਸ ਪਾਸ ਨਾ ਕਰ ਜਾਣ ਆਪਣੀ ਕ੍ਰੌਪ ਦੇ ਵਿੱਚ। ਅਤੇ ਉਹਦੀ ਵਿੰਡ ਦੀ ਸਪੀਡ ਅਗਰ ਬਹੁਤ ਜ਼ਿਆਦਾ ਤੇਜ਼ ਹੈ ਤਾਂ ਉਹਨੂੰ ਰਿਸਟ੍ਰਿਕਟ ਕਰਦੇ ਹਾਂ, ਠੀਕ ਹੈ। ਕੋਈ ਆਪਣੀ ਕ੍ਰੌਪ ਹੈ ਉਹਨੂੰ ਬਚਾਉਣਾ,
ਉਹਦੇ ਤੱਕ ਜਿਹੜੇ ਐਨੀਮਲਸ ਨਾ ਪਹੁੰਚ ਜਾਣ, ਠੀਕ ਹੈ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਬਹੁਤ ਤੇਜ਼ ਹਵਾਵਾਂ ਨਾਲ ਉਹ ਜਿਹੜੀ ਆਪਣੀ ਕਰੋਪ ਨਾ ਖ਼ਰਾਬ ਹੋ ਜਾਏ। ਤਾਂ ਇੱਦਾਂ ਦੀ ਕਰੋਪਸ ਜਿਹੜੀਆਂ ਬਾਰਡਰ ਦੇ ਉੱਤੇ ਗਰੋ ਕੀਤੀਆਂ ਜਾਂਦੀਆਂ ਦੈਟ ਆਰ ਨੋਨ ਐਜ਼ ਬਾਰਡਰ ਕਰੋਪ ਜਾਂ ਫਿਰ ਗਾਰਡ ਕਰੋਪਸ। ਬਾਰਡਰ ਕਰੋਪ ਐਂਡ ਗਾਰਡ ਕਰੋਪਸ। ਓਕੇ ਗਾਈਜ਼, ਲਾਈਕ ਸੈਫਲਾਰ ਹੈ। ਸੈਫਲਾਰ ਪਲਾਂਟ ਕੀਤਾ ਜਾਂਦਾ ਅਰਾਊਂਡ ਦਾ ਫੀਲਡ ਆਫ ਚਿਕਪੀ। ਚਿਕਪੀ ਦੇ ਫੀਲਡ ਦੇ ਅਰਾਊਂਡ ਜਿਹੜਾ ਸੈਫਲਾਰ ਗਰੋ ਕੀਤਾ ਜਾਂਦਾ, ਇਹਨੂੰ ਕਿਹਾ ਜਾਂਦਾ ਐਜ਼ ਅ ਬਾਰਡਰ ਕਰੋਪ। ਓਕੇ, ਨੈਕਸਟ crop grown for direct sale rather than for livestock feed। ਇੱਦਾਂ ਦੀ ਕ੍ਰੋਪਸ ਜਿਹੜੀਆਂ ਗਰੋ ਕੀਤੀਆਂ ਜਾਂਦੀਆਂ ਆਪਣੇ ਡਾਇਰੈਕਟ ਸੇਲ ਪਰਪਸ ਦੇ ਵਿੱਚ ਗਰੋ ਕੀਤੀ ਜਾਂਦੀ, ਕਿ ਆਪਾਂ ਸਿੱਧਾ ਆਪਾਂ ਆਪਣੀ ਕ੍ਰੋਪ ਵੇਚਣੀ ਆ, ਆਪਾਂ ਕੋਈ ਫੋਡਰ ਨਹੀਂ ਪਾਉਣਾ, ਕੋਈ ਚਾਰਾ ਚੂਰੇ ਵਾਸਤੇ ਉਹ ਕ੍ਰੋਪ ਨੂੰ ਯੂਜ਼ ਨਹੀਂ ਕਰਨਾ, ਆਪਾਂ ਡਾਇਰੈਕਟ ਉਹਦਾ ਸੇਲ ਕਰਨਾ, ਠੀਕ ਹੈ। ਆਪਾਂ ਉਹੀ ਹੈ ਕਿ ਉਹਨੇ ਫਾਰਮਰ ਨੇ ਗਰੋ ਕੀਤਾ, ਆਰ ਗਰੋਨ ਬਾਈ ਅ ਫਾਰਮਰ ਪ੍ਰਾਇਮਰਲੀ ਫॉर द ਸੇਲ ਟੂ ਅਦਰਸ ਰੈਦਰ ਦੈਨ ਫॉर ਹਿਜ਼ ਐਂਡ ਹਰ ਆਊਨ ਯੂਜ਼, ਠੀਕ ਹੈ। ਆਪਦੇ ਯੂਜ਼ ਵਾਸਤੇ ਉਹ ਗਰੋ ਨਹੀਂ ਕੀਤੀ ਗਈ ਜਾਂ ਫਿਰ ਚਾਰੇ ਵਾਸਤੇ ਗਰੋ ਨਹੀਂ ਕੀਤੀ ਗਈ, ਉਸ ਕਰੋਪ ਨੂੰ ਡਾਇਰੈਕਟ ਸੇਲ ਵਾਸਤੇ ਮਾਰਕੀਟ 'ਚ ਸੇਲ ਕਰਨ ਵਾਸਤੇ ਪੈਸੇ ਕਮਾਉਣ ਵਾਸਤੇ ਗਰੋ ਕੀਤਾ ਹੈ। ਕਾਫੀ ਜ਼ਿਆਦਾ ਉਹਦੇ ਤੋਂ ਪੈਸੇ ਜਨਰੇਟ ਹੁੰਦੇ, ਹਾਰਡ ਕੈਸ਼ ਮਿਲਦਾ, ਦੈਟ ਆਰ ਨੋਨ ਐਜ਼ ਕੈਸ਼ ਕਰੋਪਸ। ਕਿਹੜੀਆਂ? ਕੈਸ਼ ਕਰੋਪਸ ਕਿਹਾ ਜਾਂਦਾ ਇੱਦਾਂ ਦੀ ਕਰੋਪਸ ਨੂੰ। ਇਹਦੇ 'ਚ ਐਗਜ਼ਾਮਪਲ ਜਿਹੜੀ ਹੁੰਦੀ ਹੈ ਕੈਸ਼ ਕਰੋਪਸ ਦੀ, ਦੈਟ ਆਰ ਜੂਟ, ਕੋਟਨ, ਤੰਬਾਕੂ ਐਂਡ ਸ਼ੂਗਰਕੇਨ। ਇੱਦਾਂ ਦੀਆਂ ਕਰੋਪਸ ਨੂੰ ਕੀ ਕਿਹਾ ਜਾਂਦਾ? ਕੈਸ਼ ਕਰੋਪਸ ਕਹਿੰਦਾ। ਜੂਟ, ਕੋਟਨ, ਤੰਬਾਕੂ, ਸ਼ੂਗਰਕੇਨ, ਇਹ ਜਿਹੜੀਆਂ ਕਰੋਪਸ ਹੁੰਦੀਆਂ ਕੈਸ਼ ਕਰੋਪਸ ਹੁੰਦੀਆਂ। ਓਕੇ, ਨੈਕਸਟ ਟੂ ਮੇਜਰ ਕਮਰਸ਼ੀਅਲ ਕਰੋਪਸ ਆਰ, ਜਿਹੜੇ ਦੋ ਮੇਜਰ ਕਮਰਸ਼ੀਅਲ ਕਰੋਪਸ ਆ ਉਹ ਕਿਹੜੇ ਹੁੰਦੇ ਆ? ਦੈਟ ਇਜ਼ ਕੋਟਨ ਐਂਡ ਸ਼ੂਗਰਕੇਨ। ਕੋਟਨ ਐਂਡ ਸ਼ੂਗਰਕੇਨ। ਦੇਖੋ ਕਮਰਸ਼ੀਅਲ ਕਰੋਪਸ ਕਿਹੜੀਆਂ ਹੁੰਦੀਆਂ? ਕਮਰਸ਼ੀਅਲ ਕਰੋਪਸ ਜਿਹੜੇ ਹੁੰਦੇ ਆ ਉਹ ਆਪਾਂ ਐਜ਼ ਅ ਕਮਰਸ਼ੀਅਲ ਪਰਪਸ ਵਾਸਤੇ, ਸੇਲ ਪਰਪਸ ਵਾਸਤੇ ਗਰੋ ਕੀਤੇ ਹੁੰਦੇ ਆ, ਐਂਡ ਉਹਨਾਂ ਤੋਂ ਹਮੇਸ਼ਾ ਕੋਈ ਨਾ ਕੋਈ ਪ੍ਰੋਸੈਸਡ ਉਹਨਾਂ ਦੀ ਪ੍ਰੋਸੈਸਿੰਗ ਹੁੰਦੀ ਹੈ ਫਰਦਰ। ਪਹਿਲਾਂ ਆਪਾਂ ਰਾ ਮਟੀਰੀਅਲ ਆਪਾਂ ਫੀਲਡ 'ਚ ਬਣਾ ਦਿੰਦੇ ਹਾਂ, ਫਰਦਰ ਉਹਨਾਂ ਦੀ ਪ੍ਰੋਸੈਸਿੰਗ ਜਿਹੜਾ ਇੰਡਸਟਰੀਅਲ ਪ੍ਰੋਡਕਟ ਜ਼ਰੂਰ ਬਣਦਾ। ਹੁਣ ਕੋਟਨ ਆ, ਉਹ ਤੋਂ ਕੱਪੜਾ ਬਣੂਗਾ, ਉਹਨਾਂ ਦੀ ਫਰਦਰ ਜ਼ਰੂਰ ਪ੍ਰੋਸੈਸਿੰਗ ਹੋਊਗੀ। ਸ਼ੂਗਰ ਕੇਨ ਹੈ, ਗੰਨਾ, ਗੰਨੇ ਤੋਂ ਸ਼ੱਕਰ ਬਣੂਗੀ ਜਾਂ ਫਿਰ ਜੋ ਵੀ ਹੈ ਆਪਾਂ ਗੁੜ ਬਣੂਗਾ। ਤਾਂ ਇਹ ਜਿਹੜਾ ਹੈ ਸ਼ੂਗਰ ਕੇਨ ਦਾ ਅੱਗੇ ਬਾਈ ਪ੍ਰੋਡਕਟਸ ਬਣਦੇ ਹੈ, ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੇ ਪ੍ਰੋਸੈਸਡ ਪ੍ਰੋਡਕਟ। ਅੱਗੋਂ ਮਤਲਬ ਇਹ ਇੱਕ ਤਰ੍ਹਾਂ ਦਾ ਰਾ ਮਟੀਰੀਅਲ ਹੁੰਦਾ, ਅੱਗੋਂ ਜਿਹੜਾ ਹੁੰਦੇ ਇੰਡਸਟਰੀਅਲ ਪ੍ਰੋਡਕਟ ਤਿਆਰ ਹੁੰਦਾ ਕਮਰਸ਼ੀਅਲ ਕਰੋਪਸ ਦਾ, ਠੀਕ ਹੈ। ਤਾਂ ਦੋ ਕਮਰਸ਼ੀਅਲ ਕਰੋਪਸ ਇਹ ਦੱਸੀਆਂ ਗਈਆਂ। ਜੂਟ ਵੀ ਇੱਕ ਤਰ੍ਹਾਂ ਦੀ ਕਮਰਸ਼ੀਅਲ ਕਰੋਪ ਹੀ ਹੈ, ਠੀਕ ਹੈ। ਤੰਬਾਕੂ ਵੀ ਹੈ, ਕੋਟਨ, ਸ਼ੂਗਰ ਕੇਨ ਦਾ ਚਲੋ ਹੈ ਹੀ। ਨੈਕਸਟ crop which are cultivated to catch the forthcoming season when the main crop is failed। ਮੰਨ ਲਓ ਲੈਟ ਸਪੋਜ਼ ਆਪਾਂ ਕੋਈ ਕਰੋਪ ਲਗਾਈ ਸੀ ਕਿਸੇ ਸੀਜ਼ਨ 'ਚ, ਉਹ ਫੇਲ ਹੋ ਗਈ। ਹੁਣ ਆਪਾਂ ਕਹਿੰਦੇ ਹਾਂ ਕਿ ਆਪਣੀ ਕਰੋਪ ਤਾਂ ਫੇਲ ਹੋ ਗਈ, ਆਪਾਂ ਅਗਲੀ ਸੀਜ਼ਨ ਆਉਣ ਤੋਂ ਪਹਿਲਾਂ, ਉਹਨੂੰ ਕਰੋਪ ਬੀਜਣ ਤੋਂ ਪਹਿਲਾਂ, ਉਦੋਂ ਪਹਿਲਾਂ ਇੱਕ ਆਪਾਂ ਕਹਿ ਸਕਦੇ ਛੋਟੀ ਜਿਹੀ ਕਰੋਪ ਲੈ ਲੈਂਦੇ ਹਾਂ 2 ਕੁ ਮਹੀਨਿਆਂ ਦੀ, ਠੀਕ ਹੈ। 1.5-2 ਮਹੀਨਿਆਂ ਦੀ ਆਪਾਂ ਕਰੋਪ ਲੈ ਲੈਂਦੇ ਹਾਂ, ਐਂਡ ਆਪਣਾ ਜਿਹੜਾ ਹੈ ਸਰਵਾਈਵਲ ਲਈ ਵਧੀਆ ਰਹੂਗਾ। ਉਹ ਕਰੋਪਸ ਆਪਾਂ ਲੈ ਲੈਂਦੇ ਹਾਂ। ਇਕਨੋਮਿਕ ਜਿਹੜਾ ਹੈ ਆਪਣਾ ਲੋਸ ਹੋ ਚੁੱਕਿਆ, ਉਹਨੂੰ ਥੋੜ੍ਹਾ ਰਿਕਵਰ ਕਰਨ ਵਾਸਤੇ ਆਪਾਂ ਉਹ ਕਰੋਪ ਜਿਹੜੀ ਛੋਟੀ ਜਿਹੀ ਲੈ ਲੈਂਦੇ ਹਾਂ, ਫਿਰ ਅਗਲੇ ਸੀਜ਼ਨ ਦੀ ਕਰੋਪ ਬੀਜਦੇ ਹਾਂ। ਦੈਟ ਇਜ਼ ਨੋਨ ਐਜ਼ ਕੈਚ ਕਰੋਪ ਜਾਂ ਕੰਟੀਨਜੈਂਟ ਕਰੋਪ, ਠੀਕ ਹੈ। ਉਹਨੂੰ ਕੀ ਕਿਹਾ ਜਾਂਦਾ? ਕੈਚ ਕਰੋਪ ਕਿਹਾ ਜਾਂਦਾ। ਇਹ ਕਾਫੀ ਸ਼ਾਰਟ ਡਿਊਰੇਸ਼ਨ ਦੀ ਕਰੋਪ ਹੁੰਦੀ ਹੈ, ਛੋਟੀ ਹੁੰਦੀ ਹੈ ਐਂਡ ਕੁਇੱਕ ਗਰੋਇੰਗ ਹੁੰਦੀ ਹੈ। ਕੁਇੱਕ ਗਰੋਇੰਗ ਹੈ ਕਿ ਬਹੁਤ ਤੇਜ਼ੀ ਨਾਲ ਇਹ ਗਰੋ ਹੁੰਦੀ ਹੈ, ਕਿਉਂਕਿ ਆਪਾਂ ਜਿਹੜੀਆਂ ਸ਼ੋਰਟ ਡਿਊਰੇਸ਼ਨ ਦੀ ਹੋਊਗੀ, ਥੋੜ੍ਹੇ ਟਾਈਮ ਦੇ ਵਿੱਚ ਹੀ ਰੈਡੀ ਹੋ ਜੂਗੀ, ਤਾਂ ਕਿ ਆਪਾਂ ਅਗਲੀ ਕਰੋਪ ਫਿਰ ਬੀਜਣੀ ਹੈ ਉਦੋਂ ਪਹਿਲਾਂ ਪਹਿਲਾਂ। ਕੈਚ ਕਰੋਪ ਦੀ ਐਗਜ਼ਾਮਪਲ ਹੈ ਉੜਦ, ਅਨੀਅਨ ਜਾਂ ਫਿਰ ਰੈਡਿਸ਼, ਕਾਊਪੀ। ਕਾਊਪੀ, ਕਾਊਪੀ, ਠੀਕ ਹੈ।
ਆ ਕੁਝ ਐਗਜ਼ਾਮਪਲਸ ਹੁੰਦੀਆਂ ਆਪਣੇ ਕੈਚ ਕ੍ਰੌਪਸ ਦੀਆਂ। Next, a close growing crop grown primarily to improve and protect the soil from erosion through their ground covering foliage and root mates between periods of regular crop production। ਇੱਕ ਆਪਾਂ ਕਹਿ ਸਕਦੇ ਹਾਂ ਕਲੋਜ਼ ਗਰੋਇੰਗ ਕ੍ਰੌਪ ਹੁੰਦੀ ਹੈ, ਗਰੋਨ ਕੀਤੀ ਜਾਂਦੀ ਹੈ ਪ੍ਰਾਇਮਰੀ ਟੂ ਇੰਪਰੂਵ ਐਂਡ ਪ੍ਰੋਟੈਕਟ ਦਾ ਸੋਇਲ, ਕਿ ਸੋਇਲ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਯੂਜ਼ ਕਰਦੇ ਹਾਂ ਆਪਾਂ। ਠੀਕ ਹੈ, ਇੱਕ ਤਰ੍ਹਾਂ ਦੀ ਆਪਾਂ ਕਵਰ ਕਰਨ ਵਾਸਤੇ ਯੂਜ਼ ਕਰਦੇ ਹਾਂ ਜ਼ਮੀਨ ਨੂੰ। ਠੀਕ ਹੈ, ਬਹੁਤ ਨੇੜੇ ਨੇੜੇ ਕਲੋਜ਼ ਗਰੋਇੰਗ ਕ੍ਰੌਪ ਹੋਊਗੀ ਜਿਹੜੇ ਆਪਾਂ ਇੰਪਰੂਵ ਕਰਨਾ, ਆਪਾਂ ਸੋਇਲ ਨੂੰ ਇੰਪਰੂਵ ਕਰਨਾ, ਉਹਨੂੰ ਕਹਿ ਸਕਦੇ ਇਰੋਜ਼ਨ ਤੋਂ ਪ੍ਰੀਵੈਂਟ ਕਰਨਾ, ਭੂਮੀ ਖੋਹ ਤੋਂ ਪ੍ਰੀਵੈਂਟ ਕਰਨਾ, ਕਿ ਰਿਮੂਵਲ ਆਫ ਸੋਇਲ ਬਾਏ ਵਿੰਡ ਐਂਡ ਵਾਟਰ, ਉਸ ਚੀਜ਼ ਤੋਂ ਪ੍ਰੀਵੈਂਟ ਕਰਨਾ। ਗਰਾਊਂਡ ਜਿਹੜਾ ਫੋਲੀਏਜ ਨਾਲ ਕਵਰ ਕਰ ਦੇਣਾ। ਠੀਕ ਹੈ, ਕੁਝ ਇੱਦਾਂ ਦੀ ਕ੍ਰੌਪ ਲੈ ਲੈਣੀ ਆ, ਉਹਨੂੰ ਜਿਹੜਾ ਉਹਦੇ ਨਾਲ ਆਪਣਾ ਫੋਲੀਏਜ ਨਾਲ ਆਪਾਂ ਜ਼ਮੀਨ ਨੂੰ ਕਵਰ ਕਰ ਦੇਣਾ। ਤਾਂ ਇਹ ਜਿਹੜੀ ਹੁੰਦੀ ਹੈ ਦਿਸ ਇਜ਼ ਨੋਨ ਐਜ਼ ਕਵਰ ਕ੍ਰੌਪਸ। ਜਿਹੜੀਆਂ ਕਵਰ ਕ੍ਰੌਪਸ ਦੇ ਲਈ ਆਪ ਨੂੰ ਵਰਤੀ ਜਾਂਦੀ ਹੈ ਕਿ ਜ਼ਮੀਨ ਨੂੰ ਕਵਰ ਕਰਨ ਲਈ, ਤਾਂ ਕਿ ਉੱਤੇ ਜਿਹੜਾ ਹੈ ਸੋਇਲ ਇਰੋਜ਼ਨ ਦੀ ਸਮੱਸਿਆ ਨਾ ਆ ਜਾਵੇ। ਤਾਂ ਇਹ ਕ੍ਰੌਪਸ ਜਿਹੜੀਆਂ ਗਰੋ ਕੀਤੀਆਂ ਜਾਂਦੀਆਂ ਇਹਦੇ 'ਚ ਹੈ ਸਵੀਟ ਪੋਟੈਟੋ ਐਂਡ ਗਰਾਊਂਡਨਟ। ਮੇਨਲੀ ਦੋ ਕ੍ਰੌਪਸ ਗਰੋ ਕੀਤੀਆਂ ਜਾਂਦੀਆਂ, ਸਵੀਟ ਪੋਟੈਟੋ ਐਂਡ ground nut mostly, sweet potato and groundnut, that are cover crops. Next, when both main and intercrop is benefited to each other, main crop भी benefit कर रही है, इंटरक्रॉप भी benefit ਕਰ ਰਹੀ ਹੈ ਇੱਕ ਦੂਜੇ ਨੂੰ, is known as complementary crop। ਮਤਲਬ ਦੋ ਤੁਸੀਂ ਕ੍ਰੌਪਸ ਲਾਈਆਂ ਕਿਸੇ ਫੀਲਡ ਦੇ ਉੱਪਰ, ਠੀਕ ਹੈ, ਇੰਟਰਕ੍ਰੋਪਿੰਗ ਦੇ ਵਿੱਚ ਲਾਇਆ, ਰੋ ਸਿਸਟਮ ਦੇ ਵਿੱਚ ਲਾਇਆ, ਇੱਕ ਰੋ ਉਹ ਵਾਲੀ, ਇੱਕ ਰੋ ਉਹ ਵਾਲੀ, ਜਾਂ ਕਿਸ ਤਰੀਕੇ ਨਾਲ ਪੈਟਰਨ ਨਾਲ ਮਤਲਬ ਇੰਟਰ ਰੋ ਲਾਇਆ। ਠੀਕ ਹੈ, ਦੋ ਕ੍ਰੌਪਸ ਇਕੱਠੀਆਂ ਲਾਈਆਂ ਔਰ ਉਹ ਦੋਨੋਂ ਇੱਕ ਦੂਜੇ ਨੂੰ ਬੈਨੀਫਿਟ ਦੇ ਰਹੀਆਂ। ਲਾਈਕ ਜਿਵੇਂ ਜਵਾਰ ਅਤੇ ਕਾਊਪੀ ਲਾਈ ਹੈ। ਜਵਾਰ ਅਤੇ ਕਾਊਪੀ ਦੇ ਵਿੱਚ ਕੀ ਹੁੰਦਾ, ਜਿਹੜਾ ਕਾਊਪੀ ਹੈ ਉਹ ਨਾਈਟ੍ਰੋਜਨ ਦਿੰਦਾ ਜਵਾਰੇ ਨੂੰ, ਅਤੇ ਜਿਹੜਾ ਜਵਾਰਾ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਸਪੋਰਟ ਦਿੰਦਾ ਕਾਊਪੀ ਨੂੰ। ਠੀਕ ਹੈ, ਤਾਂ ਇਹ ਇੱਕ ਦੂਜੇ ਨੂੰ ਜਿਹੜਾ ਹੈ ਇੱਕ ਸਪੋਰਟ ਪ੍ਰੋਵਾਈਡ ਕਰੀ ਜਾਂਦਾ, ਦੂਜਾ ਨਾਈਟ੍ਰੋਜਨ ਪ੍ਰੋਵਾਈਡ ਕਰੀ ਜਾਂਦਾ। ਓਬਵੀਅਸਲੀ ਜਿਹੜਾ ਕਾਊਪੀ ਹੈ ਉਹ ਲੈਗਿਊਮ ਫੈਮਿਲੀ ਤੋਂ ਬਿਲੋਂਗ ਕਰਦਾ, ਫਲੀਦਾਰ ਬੂਟਾ ਹੈ, ਤਾਂ ਉਹਨੇ ਜਿਹੜਾ ਹੈ ਨਾਈਟ੍ਰੋਜਨ ਪ੍ਰੋਵਾਈਡ ਕਰਨੀ ਹੀ ਕਰਨੀ ਹੈ, ਦੂਜੇ ਨੇ ਸਪੋਰਟ ਪ੍ਰੋਵਾਈਡ ਕੀਤੀ ਹੈ। ਤਾਂ ਇਸ ਤਰੀਕੇ ਨਾਲ ਦੋਨੋਂ ਦਾ ਕੰਪਲੀਮੈਂਟਰੀ ਜਿਹੜੇ ਕ੍ਰੌਪਸ ਬਣ ਗਏ ਕਿ ਦੋਨੇ ਇੱਕ ਦੂਜੇ ਲਈ ਬੈਨੀਫਿਸ਼ੀਅਲ ਸਿੱਧ ਹੋ ਰਹੇ ਹੈ। ਤਾਂ ਦੈਟ ਆਰ ਕੰਪਲੀਮੈਂਟਰੀ ਕ੍ਰੌਪਸ। ਐਗਜ਼ਾਮਪਲ ਜਵਾਰ ਪਲਸ ਕਾਊਪੀ, jowar plus cowpea। Okay, next, which crop leave the soil exhaustive after growing। ਠੀਕ ਹੈ, ਤੁਸੀਂ ਗਰੋ ਕੀਤਾ ਸੀ, ਉਦੋਂ ਬਾਅਦ ਉਹਨੇ ਜਿਹੜਾ ਆਪਣਾ ਸੋਇਲ ਨੂੰ ਐਗਜ਼ੋਸਟਿਵ ਬਣਾ ਤਾ। ਐਗਜ਼ੋਸਟਿਵ ਹੁੰਦਾ ਕਿ ਉਹਦੇ ਵਿੱਚ ਸਾਰੇ ਜਿਹੜੇ ਖਣਿਜ ਪਦਾਰਥ ਸੀਗੇ, ਨਿਊਟਰੈਂਟਸ ਖ਼ਤਮ ਕਰਤੇ ਉਹਨੇ। ਠੀਕ ਹੈ, ਸਾਰੇ ਲੈ ਲਏ ਇੱਕਦਮ, ਇਹ ਸਾਰੇ ਨਿਊਟਰੈਂਟਸ ਆ ਸੋਇਲ 'ਚੋਂ ਲੈ ਲੈਂਦਾ। ਉਦੋਂ ਬਾਅਦ ਆਪਾਂ ਨੂੰ ਦੁਬਾਰਾ ਤੋਂ ਮੇਨਟੇਨ ਕਰਨੇ ਪੈਂਦੇ ਕ੍ਰੌਪਸ ਜਦੋਂ ਲਗਾਉਂਦੇ ਹਾਂ। ਤਾਂ ਇਹ ਕ੍ਰੌਪਸ ਹੁੰਦੀਆਂ ਐਗਜ਼ੋਸਟਿਵ ਕ੍ਰੌਪਸ ਕਿਹਾ ਜਾਂਦੀਆਂ, ਜਿਹੜੀ ਬਹੁਤ ਜ਼ਿਆਦਾ ਨਿਊਟਰੈਂਟਸ ਹੈ ਜ਼ਮੀਨ ਤੋਂ ਲੈਂਦੀਆਂ, ਦੈਟ ਆਰ ਨੋਨ ਐਜ਼ ਐਗਜ਼ੋਸਟਿਵ ਕ੍ਰੌਪਸ। ਜਿਹੜੇ ਸਾਰੇ ਸੀਰੀਅਲਸ ਆ, ਠੀਕ ਹੈ, ਰਾਈਸ ਹੈ, ਉਹ ਵੀਟ ਹੈ, ਸਾਰੇ ਸੀਰੀਅਲ ਜਿਹੜੇ ਹੁੰਦੇ ਆ ਐਗਜ਼ੋਸਟਿਵ ਕ੍ਰੌਪਸ ਹੁੰਦੇ ਆ। ਓਕੇ, ਕਿਉਂਕਿ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਜਿਹੜਾ ਹੈ ਨਿਊਟਰੈਂਟਸ ਜ਼ਮੀਨ ਤੋਂ ਲੈ ਲੈਂਦੇ ਆ। ਓਕੇ, ਜਿੰਨੇ ਵੀ ਸੀਰੀਅਲਸ ਹੈ ਦੈਟ ਆਰ ਅੰਡਰ ਦਾ ਐਗਜ਼ੋਸਟਿਵ ਕ੍ਰੌਪਸ। ਦੇਖੋ ਗਾਈਜ਼, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਤੁਸੀਂ ਲਾਈਕ ਐਂਡ ਸ਼ੇਅਰ ਕਰਦੇ ਰਹਿਣਾ। ਓਕੇ, PDF ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਅਵੇਲੇਬਲ ਹੋ ਜਾਏਗੀ, ਡੋਂਟ ਵਰੀ ਐਟ ਆਲ। ਐਨੀ ਕ੍ਰੌਪ ਐਂਡ ਕੰਬੀਨੇਸ਼ਨ ਆਫ ਕ੍ਰੌਪ ਜਾਂ ਫਿਰ ਕੰਬੀਨੇਸ਼ਨ ਦੇ ਵਿੱਚ ਕ੍ਰੌਪ ਉਹਨੂੰ ਗਰੋ ਕੀਤਾ ਜਾਂਦਾ ਗ੍ਰੇਜ਼ਿੰਗ ਪਰਪਜ਼ ਦੇ ਵਿੱਚ ਐਂਡ ਫੋਰ ਹਾਰਵੈਸਟਿੰਗ ਔਰ ਇਮੀਡੀਏਟ ਫੀਡਿੰਗ ਟੂ ਲਾਈਫ ਸਟੋਕ। ਠੀਕ ਹੈ, ਮੇਨਲੀ ਜਿਹੜਾ ਹੈ ਤੁਸੀਂ ਇੱਕ ਕ੍ਰੌਪ ਲਾਈ ਹੈ, ਭਾਵੇਂ ਉਹ ਕੰਬੀਨੇਸ਼ਨ 'ਚ ਲਾਈ ਹੈ, ਤੁਸੀਂ ਚਾਰੇ ਵਾਲੀਆਂ ਕ੍ਰੌਪਸ ਹੀ ਲਾਈਆਂ, ਫੋਡਰ ਕ੍ਰੌਪਸ ਹੀ ਲਾਈਆਂ, ਮੇਨਲੀ ਇੱਦਾਂ ਦੀ ਕ੍ਰੌਪਸ ਲਾਈਆਂ ਤਾਂ ਕਿ ਐਨੀਮਲਸ ਦੀ ਗ੍ਰੇਜ਼ਿੰਗ ਕਰਾ ਸਕੀਏ। ਠੀਕ ਹੈ, ਉਹਨਾਂ ਨੂੰ ਚਰਾ ਸਕੀਏ, ਚਾਹੇ ਉਹਨਾਂ ਨੂੰ ਹੁਣੇ ਆਪਾਂ ਕਹਿ ਸਕਦੇ ਹਾਂ ਇਮੀਡੀਏਟ ਯੂਜ਼ ਕਰਨਾ ਉਹਨਾਂ ਦਾ ਚਾਰੇ ਵਾਲੀਆਂ ਕ੍ਰੌਪਸ ਦਾ,
ਐਜ਼ ਅ ਹਰਾ ਚਾਰਾ, ਜਾਂ ਫਿਰ ਉਹਨੂੰ ਫਿਊਚਰ ਫੀਡਿੰਗ ਕਰਨੀ, ਇੱਕ ਤਰ੍ਹਾਂ ਦਾ ਉਹਨਾਂ ਦਾ ਅਚਾਰ ਪਾ ਕੇ ਰੱਖਣਾ, ਸਾਈਲੇਜ ਬਣਾ ਕੇ ਰੱਖਣਾ। ਠੀਕ ਹੈ, ਸਾਈਲੇਜ ਇੱਦਾਂ ਹੁੰਦਾ ਕਿ ਉਹਨਾਂ ਦਾ ਆਪਾਂ ਅਚਾਰ ਪਾ ਲੈਂਦੇ ਹਾਂ ਜਿਹੜਾ ਹਰੇ ਚਾਰੇ ਦਾ, ਉਹਨੂੰ ਉਦੋਂ ਦੇ ਦਿੰਦੇ ਹਾਂ ਲੀਨ ਪੀਰੀਅਡਸ ਦੇ ਵਿੱਚ ਜਦੋਂ ਜਿਹੜਾ ਹੈ ਆਪਣਾ ਹਰਾ ਚਾਰ ਜਿਹੜਾ ਆਪਣੀ ਫੀਲਡ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ। ਤਾਂ ਉਦੋਂ ਜਿਹੜਾ ਫਾਰਮਰ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਫਾਰਮਰ ਹੈ ਉਹ ਪਸ਼ੂਆਂ ਨੂੰ ਦਿੰਦਾ ਦੈਟ ਆਰ ਸਾਈਲੇਜ। ਸਾਈਲੇਜ ਨੂੰ ਕੀ ਕਿਹਾ ਜਾਂਦਾ, ਅਚਾਰ ਪਾ ਕੇ ਰੱਖ ਲੈਂਦੇ ਆ। ਠੀਕ ਹੈ, ਇੱਦਾਂ ਦਾ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਪਿੱਟ ਖੋਦ ਕੇ ਅੰਡਰਗਰਾਊਂਡ ਸਿਸਟਮ ਹੁੰਦਾ, ਉਹਦੇ ਵਿੱਚ ਹਰਾ ਚਾਰਾ ਪਾ ਕੇ ਉਹਦੇ 'ਤੇ ਫਰਮੈਂਟੇਸ਼ਨ ਹੋਣ ਦਿੰਦੇ ਆ। ਨੈਚੁਰਲ ਫਰਮੈਂਟੇਸ਼ਨ ਹੁੰਦੀ ਹੈ, ਨੈਚੁਰਲ ਫਰਮੈਂਟੇਸ਼ਨ ਹੋ ਕੇ ਉਹ ਜਿਹੜਾ ਪ੍ਰੋਡਕਟ ਆਪਣਾ ਤਿਆਰ ਹੋ ਜਾਂਦਾ। ਓਕੇ ਗਾਈਜ਼, ਦੈਟ ਆਰ ਨੋਨ ਐਜ਼ ਲੇ ਕਰੋਪਸ। ਮੇਨਲੀ ਇਹਨਾਂ ਨੂੰ ਲੇ ਕਰੋਪਸ ਕਿਹਾ ਜਾਂਦਾ, ਜਿਹੜੀਆਂ ਕਰੋਪਸ ਮੇਨਲੀ ਗਰੋ ਕੀਤੀਆਂ ਜਾਂਦੀਆਂ ਚਾਰੇ ਵਾਸਤੇ ਹੀ ਗਰੋ ਕੀਤੀਆਂ ਜਾਂਦੀਆਂ, ਐਨੀਮਲ ਦੀ ਫੀਡਿੰਗ ਵਾਸਤੇ ਹੀ ਗਰੋ ਕੀਤੀਆਂ ਜਾਂਦੀਆਂ। ਬਰਸੀਮ ਹੋ ਗਿਆ, ਮਸਟਰਡ ਹੋ ਗਿਆ, ਇਹ ਇੱਦਾਂ ਐਗਜ਼ਾਮਪਲ ਹੈ। ਠੀਕ ਹੈ, ਬਰਸੀਮ ਐਂਡ ਮਸਟਰਡ ਗਰੋ ਕੀਤੀਆਂ ਜਾਂਦੀਆਂ ਫੋਰ ਦ ਪਰਪਜ਼ ਆਫ ਲੇ, ਫਿਰ ਕਹਿ ਸਕਦੇ ਹਾਂ ਚਾਰੇ ਵਾਸਤੇ, ਗ੍ਰੇਜ਼ਿੰਗ ਵਾਸਤੇ। ਓਕੇ ਗਾਈਜ਼, ਨੈਕਸਟ, such crops are grown to conserve the soil moisture through their ground covering foliage। ਇੱਦਾਂ ਦੀ ਕ੍ਰੋਪਸ ਹੈ ਮਤਲਬ ਉਹਨੂੰ ਗਰੋ ਕੀਤਾ ਜਾਂਦਾ ਤਾਂ ਕਿ ਆਪਾਂ ਸੋਇਲ ਮੋਇਸਚਰ ਕੰਜ਼ਰਵ ਕਰ ਸਕੀਏ। ਜਿਹੜਾ ਆਪਣੇ ਐਵੈਪੋਰੇਸ਼ਨ ਲੋਸਿਸ ਵਗੈਰਾ ਹੋ ਰਿਹਾ, ਜ਼ਮੀਨ ਤੋਂ ਲੋਸ ਹੁੰਦਾ ਪਾਣੀ ਦਾ, ਦੈਟ ਆਰ ਨੋਨ ਐਜ਼ ਐਵੈਪੋਰੇਸ਼ਨ ਲੋਸਿਸ। ਤਾਂ ਉਹ ਲੋਸਿਸ ਨੂੰ ਕੰਜ਼ਰਵ ਕਰਨ ਵਾਸਤੇ ਜਿਹੜਾ ਹੈ ਇਹ ਕ੍ਰੋਪਸ ਲਗਾਈਆਂ ਜਾਂਦੀਆਂ। ਇਹਨਾਂ ਦੀ ਗਰਾਊਂਡ ਨੂੰ ਆਪਾਂ ਫੋਲੀਏਜ ਨਾਲ ਕਵਰ ਕਰ ਦਿੰਦੇ ਹਾਂ। ਠੀਕ ਹੈ, ਫੋਲੀਏਜ ਨਾਲ ਕਵਰ ਕਰਤਾ ਪੂਰਾ, ਔਰ ਇਹਨੂੰ ਅੱਛੀ ਤਰੀਕੇ ਨਾਲ ਕੰਜ਼ਰਵ ਕੀਤਾ ਸੋਇਲ ਦਾ ਮੋਇਸਚਰ ਜਿਹੜਾ ਹੈ ਤਾਂ ਕਿ ਉਹ ਕੰਜ਼ਰਵ ਹੋ ਸਕੇ। ਉਹਦੇ ਉੱਪਰ ਕੁਛ ਇੱਦਾਂ ਦਾ ਵਿਛਾ ਦੇਣਾ, ਐਜ਼ ਅ ਮਲਚ ਕਰੋਪ ਆਪਾਂ ਵਿਛਾ ਦੇਣੀ ਹੈ। ਠੀਕ ਹੈ, ਐਜ਼ ਅ ਮਲਚਿੰਗ ਕਰ ਦਿੰਦੇ ਹਾਂ ਆਪਾਂ, ਉੱਥੇ ਕਰੋਪ ਲਾਈ ਉਹਦੀ ਜ਼ਮੀਨ ਦੇ ਉੱਪਰ ਜਿਹੜਾ ਹੈ ਆਪਾਂ ਇੱਕ ਚੀਜ਼ ਦੀ ਮਲਚ ਕਰ ਦੇਣਾ, ਮਲਚ ਕਰੋਪ ਕਿਹਾ ਜਾਂਦਾ, ਤਾਂ ਕਿ ਜਿਹੜਾ ਆਪਾਂ ਗਰਾਊਂਡ ਨੂੰ ਆਪਾਂ ਸੋਇਲ ਮੋਇਸਚਰ ਤੋਂ ਕੰਜ਼ਰਵ ਕਰ ਸਕੀਏ, ਪਾਣੀ ਉੱਡਣ ਤੋਂ ਆਪਾਂ ਬਚਾ ਸਕੀਏ। ਕਾਊਪੀ ਐਗਜ਼ਾਮਪਲ ਹੈ ਇਹਦੀ, ਜਿਹੜਾ ਹੈ ਕਾਊਪੀ ਐਗਜ਼ਾਮਪਲ ਹੈ, ਲੈਗਿਊਮ ਫੈਮਲੀ ਤੋਂ ਹੈ। ਠੀਕ ਹੈ, ਚੋਲੇ ਵਾਲੀਆਂ ਫਲੀਆਂ ਹੁੰਦੀਆਂ ਇਹ, ਤਾਂ ਇਹ ਐਗਜ਼ਾਮਪਲ ਹੈ ਮਲਚ ਕਰੋਪ ਦੀ। ਆਪਾਂ ਇਹਨਾਂ ਨੂੰ ਗਰੋ ਕਰਦੇ ਹਾਂ ਤਾਂ ਕਿ ਆਪਣਾ ਜਿਹੜਾ ਹੈ ਗਰਾਊਂਡ ਆਪਾਂ ਇਹਦੇ ਨਾਲ ਕਵਰ ਕਰ ਸਕੀਏ, ਤਾਂ ਆਪਾਂ ਮੋਇਸਚਰ ਤੋਂ ਕੰਜ਼ਰਵ ਕਰ ਸਕੀਏ। ਓਕੇ ਗਾਈਜ਼, ਨੈਕਸਟ, the seed of the succeeding crop is sown broadcast at 10 to 15 days before harvesting of the rice crop। ਰਾਈਸ ਕਰੋਪ ਲਾਇਆ ਹੋਇਆ ਸੀ, ਠੀਕ ਹੈ, ਉਹਦੀ ਹਾਰਵੈਸਟਿੰਗ ਕੀਤੀ ਨਹੀਂ ਹਲੇ, ਆਪਾਂ ਉਹਨੂੰ ਜਿਹੜਾ ਹੈ ਵੱਢਿਆ ਨਹੀਂ, ਉਹਦੀ ਵੱਢਣ ਤੋਂ ਪਹਿਲਾਂ ਆਪਾਂ ਕੋਈ ਕਰੋਪ ਹੋਰ ਜਿਹੜਾ ਹੈ ਸੇਮ ਫਾਰਮ ਦੇ ਵਿੱਚ ਜਿਹੜਾ ਬੀਜਤੀ। ਠੀਕ ਹੈ, ਆਪਾਂ ਕੋਈ ਕਰੋਪ ਲਾਈ ਸੀ, ਉਹ ਖੜੀ ਹੈ, ਉਹ ਮਤਲਬ ਮੈਚਿਓਰ ਹੋ ਚੁੱਕੀ ਹੈ, ਆਪਾਂ ਉਹਦੀ ਹਾਰਵੈਸਟਿੰਗ ਨਹੀਂ ਕੀਤੀ ਹਲੇ, ਉਹਦੀ 10-15 ਦਿਨ ਆਪਾਂ ਹਲੇ ਪਏ ਆ ਹਾਰਵੈਸਟਿੰਗ ਦੇ ਵਿੱਚ, ਉਹਦੀ ਵੱਢਣ ਦੇ ਵਿੱਚ, ਉਦੋਂ ਆਪਾਂ ਕੋਈ ਕਰੋਪ ਬੀਜਤੀ। ਇੱਕ ਹੋਰ ਉਹਦੀ ਖੜੀ ਫਸਲ ਦੇ ਵਿੱਚ ਆਪਾਂ ਕੋਈ ਕਰੋਪ ਅਗਲੀ ਕਰੋਪ ਬੀਜਤੀ, ਉਹਨੂੰ ਵੱਢਣ ਤੋਂ ਪਹਿਲਾਂ, ਇਜ਼ ਨੋਨ ਐਜ਼ ਆਪਾਂ ਨੂੰ ਕਹਿ ਸਕਦੇ ਹਾਂ ਰਿਲੇ ਕਰੋਪਿੰਗ ਵੀ ਕਹਿ ਸਕਦੇ ਹਾਂ। ਠੀਕ ਹੈ, ਪਿਆਰਾ ਵੀ ਕਹਿ ਸਕਦੇ ਹਾਂ, ਓਟੇਰਾ ਕਰੋਪਸ, ਪਿਆਰਾ ਓਟੇਰਾ ਕਰੋਪਸ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਜਿਹੜਾ ਇਸ ਤਰੀਕੇ ਨਾਲ ਕੀਤੀਆਂ ਜਾਂਦੀਆਂ। ਠੀਕ ਹੈ, ਸੋ ਇਹ ਜਿਹੜਾ ਹੁੰਦਾ ਇੱਕ ਤਰ੍ਹਾਂ ਨਾਲ ਲਥਾਇਰਸ ਇਨ ਰਾਈਸ। ਠੀਕ ਹੈ, ਰਾਈਸ ਦੇ ਵਿੱਚ ਦੇਖਣ ਨੂੰ ਮਿਲਦੀਆਂ, ਉਹਦੇ 'ਚ ਆਪਾਂ ਲਥਾਇਰਸ ਗਰੋ ਕਰ ਦਿੰਦੇ ਹਾਂ ਐਜ਼ ਅ ਪਿਆਰਾ ਓਟੇਰਾ ਕਰੋਪਸ। ਓਕੇ ਗਾਈਜ਼, ਸੋ ਦੈਟਸ ਇਟ, ਨਾਓ ਮੂਵ ਟੂ ਨੈਕਸਟ ਕੁਐਸਚਨ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਐਨੀ ਡਾਊਟ? You guys very well got it. Crops which are grown to protect the main cash crop from the certain pest or several pest। ਠੀਕ ਹੈ, ਕੋਈ ਇਹ ਕਰੋਪ ਇੱਥੇ ਗਰੋ ਸੀ, ਉਹਦੇ ਆਸੇ ਪਾਸੇ ਕੋਈ ਆਪਾਂ ਇੱਦਾਂ ਦੀ ਕਰੋਪ ਗਰੋ ਕਰਤੀ, ਐਜ਼ ਅ ਟਰੈਪ ਕਰੋਪ ਗਰੋ ਕੀਤੀ, ਤਾਂ ਕਿ ਜਿਹੜਾ ਕੋਈ ਕਰੋਪ ਹੈ ਉਹ ਉਹਦੇ ਵਿੱਚ ਹੀ ਬਾਹਰਲੀ ਕਰੋਪ ਤੱਕ ਇਨਸੈਕਟ ਪੈਸਟ ਜਿਹੜਾ ਕੀੜਾ ਮਕੌੜਾ ਰਹਿ ਜੇ, ਅੰਦਰ ਵਾਲੀ ਕਰੋਪ ਦੇ ਵਿੱਚ ਨਾ ਆ ਜਾਵੇ। ਜਿਵੇਂ ਆਪਾਂ ਕਹਿੰਦੇ ਹਾਂ ਭਿੰਡੀ ਗਰੋ ਕੀਤੀ ਜਾਂਦੀ ਹੈ ਅਰਾਊਂਡ ਦਾ ਕੋਟਨ, ਕਿ ਅੰਦਰ ਕੋਟਨ ਲਾਤੀ। ਠੀਕ ਹੈ,
ਤੇ ਜਿਹੜਾ ਬਾਹਰ ਹੈ ਉਹਨੂੰ ਭਿੰਡੀ ਨੂੰ ਗਰੋ ਕਰਤਾ, ਓਕਰਾ ਨੂੰ ਗਰੋ ਕਰਤਾ, ਤਾਂ ਕਿ ਜਿਹੜਾ ਆਪਣੀ ਅੰਦਰ ਵਾਲੀ ਕਰੋਪ ਹੈ ਆਪਣੀ ਕੋਟਨ, ਉਹਨੂੰ ਕੋਈ ਇਫੈਕਟ ਨਾ ਹੋ ਸਕੇ। ਰੈੱਡ ਮੰਨ ਲਓ ਕੋਟਨ ਬੱਗ ਤੋਂ ਬਚਾਉਣ ਵਾਸਤੇ, ਠੀਕ ਹੈ, ਕਰੋਪਸ ਲਾਈਆਂ ਜਾਂਦੀਆਂ। ਕੋਟਨ ਰੈੱਡ ਬੱਗ ਤੋਂ ਪ੍ਰੀਵੈਂਟ ਕਰਨ ਵਾਸਤੇ, ਤਾਂ ਕਿ ਉਹ ਕੋਟਨ ਨੂੰ ਨਾ ਪੈ ਜਾਏ, ਇਸ ਕਰਕੇ ਹੈ ਕੋਟਨ ਦੇ ਅਰਾਊਂਡ ਭਿੰਡੀ ਗਰੋ ਕੀਤੀ ਜਾਂਦੀ ਹੈ, ਠੀਕ ਹੈ। ਐਜ਼ ਆ ਉਹਨੂੰ ਆਪਾਂ ਕਹਿ ਸਕਦੇ ਹਾਂ ਟਰੈਪ ਕਰੋਪ ਗਰੋ ਕੀਤਾ ਜਾਂਦਾ। ਨੈਕਸਟ ਜਿਹੜੇ ਸੀਰੀਅਲਸ ਹੁੰਦੇ ਆ ਬੋਟੈਨੀਕਲੀ ਕੀ ਹੁੰਦੇ ਆ, ਇਹ ਕਹਿ ਸਕਦੇ ਹਾਂ ਕਿ ਫਰੂਟ ਆਫ ਦਾ ਸੀਰੀਅਲਸ ਆਰ ਨੋਨ ਐਜ਼, ਜਿਹੜਾ ਫਰੂਟ ਹੁੰਦਾ ਸੀਰੀਅਲ ਦਾ ਉਹਨੂੰ ਆਪਾਂ ਕੀ ਕਹਿੰਦੇ, ਕੈਰੀਓਪਸਿਸ ਕਿਹਾ ਜਾਂਦਾ। ਦਾ ਫਰੂਟ ਆਫ ਦਾ ਸੀਰੀਅਲਸ, ਰਾਈਸ ਹੈ ਉਹਦੇ ਫਰੂਟ ਨੂੰ ਵੀ ਕੈਰੀਓਪਸਿਸ, ਵੀਟ ਹੈ ਉਹਦੇ ਫਰੂਟ ਨੂੰ ਵੀ ਕੈਰੀਓਪਸਿਸ। ਸੀਰੀਅਲਸ ਆਰ ਬੋਟੈਨੀਕਲੀ ਕੈਰੀਓਪਸਿਸ, ਓਕੇ, ਇਹਨਾਂ ਦੇ ਫਰੂਟ ਨੂੰ ਕਿਹਾ ਜਾਂਦਾ। ਨੈਕਸਟ ਦਾ ਮੋਰ ਨਿਊਟਰੈਂਟ ਐਗਜ਼ੋਸਟਿਵ ਫੈਮਿਲੀ ਇਜ਼, ਇੱਦਾਂ ਦੀ ਨਿਊਟਰੈਂਟ ਐਗਜ਼ੋਸਟਿਵ ਫੈਮਿਲੀ ਕਿਹੜੀ ਹੁੰਦੀ ਹੈ ਕਿ ਜਿਹੜੀ ਹੈ ਬਹੁਤ ਜ਼ਿਆਦਾ ਨਿਊਟਰੈਂਟਸ ਆਪਣੇ ਸੋਇਲ 'ਚੋਂ ਲੈਂਦੇ ਆ, ਤਾਂ ਆਪਾਂ ਉਹਨਾਂ ਨੂੰ ਕਿਹਾ, ਹੁਣੇ ਗੱਲ ਕੀਤੀ ਹੈ ਕਿ ਉਹ ਸੀਰੀਅਲਸ ਹੁੰਦੇ ਆ, ਜਿਹੜੀ ਜ਼ਮੀਨ 'ਚ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਨਿਊਟਰੈਂਟਸ ਐਗਜ਼ੋਸਟ ਕਰ ਲੈਂਦੇ ਆ, ਲੈ ਲੈਂਦੇ ਆ, ਉਹ ਸੀਰੀਅਲਸ ਹੁੰਦੇ ਆ। ਸੀਰੀਅਲਸ ਨੂੰ ਹੋਰ ਕੀ ਕਿਹਾ ਜਾਂਦਾ, ਗ੍ਰਾਮੀਨੀਆ ਫੈਮਿਲੀ ਕਿਹਾ ਜਾਂਦਾ, ਪੋਆਸੀਆ ਫੈਮਿਲੀ ਕਿਹਾ ਜਾਂਦਾ, ਠੀਕ ਹੈ। ਪੋਆਸੀਆ ਐਂਡ ਗ੍ਰਾਮੀਨੀਆ ਇਹਨਾਂ ਨੂੰ ਫੈਮਿਲੀ ਦਾ ਨਾਮ ਹੈ। ਕਿਹਾ ਜਾਂਦਾ ਕਿ ਸੀਰੀਅਲਸ ਜਿਹੜੇ ਆਪਾਂ ਲਾਏ ਐਜ਼ ਅ ਐਗਜ਼ੋਸਟਿਵ ਫੈਮਿਲੀ 'ਤੇ, ਠੀਕ ਹੈ, ਉਹਨੇ ਸਾਰੇ ਨਿਊਟਰੈਂਟਸ ਕੱਢ ਲਏ ਜ਼ਮੀਨ 'ਚੋਂ। ਨੈਕਸਟ ਦ ਇੰਡੀਅਨ ਓਰੀਜਨੇਟਡ ਫੀਲਡ ਕ੍ਰੋਪਸ ਆਰ, ਜਿਹੜੇ ਇੰਡੀਆ ਦੇ ਵਿੱਚ ਜਿਹਨਾਂ ਦਾ ਓਰੀਜਨ ਪਲੇਸ ਸੀ, ਇੰਡੀਆ ਦੇ ਵਿੱਚ ਬਣੇ ਸੀ, ਉਹ ਕਿਹੜੇ ਫੀਲਡ ਕ੍ਰੋਪਸ ਆ। ਦੇਖੋ ਅਲੱਗ ਅਲੱਗ ਹੁੰਦੇ, ਕੁਛ ਅਮੈਰੀਕਾ 'ਚ ਬਣੇ ਹੁੰਦੇ, ਕੁਛ ਅਫਰੀਕਾ 'ਚ ਬਣੇ ਹੁੰਦੇ, ਕੋਈ ਪੀਰੂ ਬਣਿਆ ਹੁੰਦਾ, ਕੋਈ ਕਿੱਥੇ ਕੋਈ ਕਿੱਥੇ, ਇੱਦਾਂ ਬਣੇ ਹੁੰਦੇ ਆ। ਤਾਂ ਕੁਛ ਇੰਡੀਅਨ ਓਰੀਜਨੇਟਡ, ਇੰਡੀਆ ਦੇ ਵਿੱਚ ਓਰੀਜਨੇਟ ਹੋਏ ਆ, ਉਹ ਵਾਲੇ ਹੈਗੇ ਅਰਹਰ, ਮੂੰਗ, ਉੜਦ, cotton, next is jute, next is kodo, next kutki, next ਓਟ ਐਟਸੈਕਟਰਾ। ਇਹ ਕ੍ਰੋਪਸ ਇੱਦਾਂ ਦੀਆਂ ਜਿਹੜੀਆਂ ਇੰਡੀਆ ਦੇ ਵਿੱਚ ਉਹਨਾਂ ਦਾ ਓਰੀਜਨ ਪਲੇਸ ਹੈ, ਇੱਥੇ ਇਹ ਬਣੀਆਂ ਹੋਈਆਂ ਹੈ, ਠੀਕ ਹੈ। ਦੈਟ ਆਰ ਇੰਡੀਅਨ ਓਰੀਜਨੇਟਡ, ਇੰਡੀਆ ਦੇ ਵਿੱਚ ਹੀ ਬਣੀਆਂ। ਕੁਝ ਕ੍ਰੋਪਸ ਦੀ ਗੱਲ ਕੀਤੀ ਹੈ। ਨੈਕਸਟ ਖਰੀਫ ਕ੍ਰੋਪਸ, ਖਰੀਫ ਕ੍ਰੋਪਸ ਆਰ ਜਨਰਲੀ ਨੋਟਿਡ ਐਜ਼, ਦੇਖੋ ਇਹ ਕੁਛ ਇੱਦਾਂ ਦੀ ਕ੍ਰੋਪ ਦੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ ਫੋਟੋਟ੍ਰੋਪਸ ਦੇ ਅਕੋਰਡਿੰਗ, ਸ਼ਾਰਟ ਡੇ ਪਲਾਂਟ, ਲੌਂਗ ਡੇ ਪਲਾਂਟ ਐਂਡ ਡੇ ਨਿਊਟਰਲ ਪਲਾਂਟ, ਠੀਕ ਹੈ। ਇੱਦਾਂ ਦੇ ਕ੍ਰੋਪਸ ਜਿਨ੍ਹਾਂ ਨੂੰ ਆਪਦੀ ਫਲਾਵਰਿੰਗ ਲਈ, ਆਪਦਾ ਫੁੱਲ ਪੈਣ ਲਈ 12 ਘੰਟਿਆਂ ਤੋਂ ਘੱਟ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਡੇ ਲੈਂਥ ਚਾਹੀਦੀ ਹੁੰਦੀ ਹੈ, ਠੀਕ ਹੈ। ਡੇ ਟਾਈਮ ਹੈ ਜਿਹੜਾ ਡੇ ਲੈਂਥ ਹੈ ਉਹਨਾਂ ਨੂੰ 12 ਆਵਰਸ ਤੋਂ ਘੱਟ ਚਾਹੀਦਾ ਹੁੰਦਾ, ਐਂਡ ਕਈਆਂ ਨੂੰ ਜਿਹੜਾ ਜ਼ਿਆਦਾ ਚਾਹੀਦਾ। ਜਿਨ੍ਹਾਂ ਨੂੰ 12 ਆਵਰਸ ਤੋਂ ਘੱਟ ਜਿਹੜਾ ਹੈ ਚਾਹੀਦਾ ਹੁੰਦਾ ਮੌਸਮ, ਡੇ ਲੈਂਥ ਚਾਹੀਦੀ ਹੁੰਦੀ ਹੈ, ਆਪਾਂ ਕਹਿ ਸਕਦੇ ਹਾਂ, ਜਾਂ ਸਨਰੇਜ਼ ਕਹਿ ਸਕਦੇ ਹਾਂ 12 ਘੰਟੇ ਤੋਂ ਘੱਟ, ਤਾਂ ਡੇ ਲੈਂਥ 12 ਘੰਟੇ ਚਾਹੀਦੀ ਹੈ ਘੱਟ ਫਲਾਵਰਿੰਗ ਵਾਸਤੇ। ਦੈਟ ਆਰ ਨੋਨ ਐਜ਼ ਸ਼ਾਰਟ ਡੇ ਪਲਾਂਟਸ, ਦੈਟ ਆਰ ਖਰੀਫ ਕ੍ਰੋਪਸ। ਜਿੰਨੀਆਂ ਵੀ ਖਰੀਫ ਕ੍ਰੋਪਸ ਹੈ, ਠੀਕ ਹੈ, ਉਹ ਕ੍ਰੋਪਸ ਜਿਹੜੀਆਂ ਆਪਾਂ ਮਈ ਜੂਨ 'ਚ ਲਾਉਂਦੇ ਹਾਂ ਅਤੇ ਅਕਤੂਬਰ ਨਵੰਬਰ 'ਚ ਪੁੱਟਦੇ ਹਾਂ, ਸਾਰੀ ਖਰੀਫ ਕ੍ਰੋਪਸ, ਰਾਈਸ ਵਗੈਰਾ ਹੋ ਗਿਆ। ਤਾਂ ਇਹ ਜਿਹੜੀਆਂ ਕ੍ਰੋਪਸ ਹੈ ਕ੍ਰਾਈਸੈਂਥੇਮਮ, ਸੋਇਆਬੀਨ, ਇਹ ਜਿਹੜੀਆਂ ਆਪਣੀਆਂ ਸ਼ਾਰਟ ਡੇ ਪਲਾਂਟਸ ਹੁੰਦੇ ਆ, ਇਹਨਾਂ ਨੂੰ ਜਿਹੜਾ ਸ਼ਾਰਟ ਡੇ ਲੈਂਥ ਚਾਹੀਦੀ ਹੁੰਦੀ ਹੈ, 12 ਘੰਟਿਆਂ ਤੋਂ ਘੱਟ ਜਿਹੜੀ ਹੈ ਡੇ ਲੈਂਥ ਚਾਹੀਦੀ ਹੈ, ਠੀਕ ਹੈ, ਉਹਦੀ ਫਲਾਵਰਿੰਗ ਲਈ। ਤਾਂ ਦੈਟ ਆਰ ਨੋਨ ਐਜ਼ ਸ਼ਾਰਟ ਡੇ ਪਲਾਂਟਸ। Next is Rabi crops are designated as long day plants। ਤਾਂ ਰਾਬੀ ਕ੍ਰੋਪਸ ਨੂੰ ਆਪਾਂ ਕੀ ਕਹਾਂਗੇ, ਲੌਂਗ ਡੇ ਪਲਾਂਟਸ ਕਹਾਂਗੇ। ਇੱਦਾਂ ਦੀਆਂ ਕ੍ਰੋਪਸ ਜਿਹੜੀਆਂ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਦਾ ਡੇ ਲੈਂਥ ਚਾਹੀਦੀ ਹੁੰਦੀ ਹੈ, 12 ਘੰਟਿਆਂ ਤੋਂ ਜ਼ਿਆਦਾ ਟਾਈਮ ਦੀ ਡੇ ਲੈਂਥ ਚਾਹੀਦੀ ਹੈ, ਦੈਟ ਆਰ ਨੋਨ ਐਜ਼ ਲੌਂਗ ਡੇ ਪਲਾਂਟ, ਠੀਕ ਹੈ। ਅਤੇ ਇਹ ਜਿਹੜਾ ਗਰੋ ਇਹ ਵੀ ਹੋ ਸਕਦਾ ਐਂਡ ਬਟ ਇਹ ਕੀ ਹੈ, ਇਹਨਾਂ ਨੂੰ ਲੌਂਗ ਡੇ ਲੈਂਥ ਜਿਹੜਾ 12 ਘੰਟਿਆਂ ਤੋਂ ਜ਼ਿਆਦਾ ਚਾਹੀਦਾ ਹੁੰਦਾ ਆਪਦੀ ਫਲਾਵਰਿੰਗ ਵਾਸਤੇ, ਤਾਂ ਦੈਟ ਆਰ ਨੋਨ ਐਜ਼ ਰਬੀ ਕ੍ਰੋਪਸ, ਲੌਂਗ ਡੇ ਪਲਾਂਟਸ।
ਕਈਆਂ ਦੇ ਉੱਤੇ ਕੋਈ ਇਫੈਕਟ ਹੀ ਨਹੀਂ ਪੈਂਦਾ, ਠੀਕ ਹੈ। ਡੇ ਲੈਂਥ ਦਾ ਕੋਈ ਇਫੈਕਟ ਨਹੀਂ ਪੈਂਦਾ, ਜਿੰਨੇ ਘੰਟੇ ਮਰਜ਼ੀ ਸਨਰੇਜ਼ ਰਹਿਣ, ਜਾਂ ਫਿਰ ਆਪਾਂ ਕਹਿ ਸਕਦੇ ਜਿੰਨੇ ਘੰਟੇ ਮਰਜ਼ੀ ਜਿਹੜਾ ਕਰੋਪ ਦੇ ਉੱਪਰ ਸਨਲਾਈਟ ਪੈਂਦੀ ਰਹੇ। ਡੇ ਲੈਂਥ ਜਿੱਦਾਂ ਮਰਜ਼ੀ ਹੋਵੇ, ਸ਼ੋਰਟ ਲੌਂਗ, ਉਹਨਾਂ ਨੂੰ ਕੋਈ ਇਫੈਕਟ ਨਹੀਂ ਪੈਣਾ, ਦੈਟ ਆਰ ਨਿਊਟਰਲ। ਓਕੇ, ਵੀਟ ਵਗੈਰਾ ਹੈ ਤਾਂ ਇਹ ਲੌਂਗ ਡੇ ਪਲਾਂਟਸ ਦੇ ਵਿੱਚ ਆਉਂਦਾ, ਕਿਉਂਕਿ ਜਿੰਨੇ ਵੀ ਰਬੀ ਕਰੋਪਸ ਆ ਤਾਂ ਇਹ ਸਾਰੇ ਕਾਹਦੇ 'ਚ ਆਉਂਦੇ ਆ, ਲੌਂਗ ਡੇ ਪਲਾਂਟਸ 'ਚ। ਹੁਣੇ ਮੈਂ ਦੱਸਿਆ ਕਿ ਡੇ ਨਿਊਟਰਲ ਪਲਾਂਟਸ ਉਹ ਹੁੰਦੇ ਆ ਕਿ ਜਿਨ੍ਹਾਂ ਉੱਪਰ ਜਿਹੜਾ ਡੇ ਲੈਂਥ ਦਾ ਕੋਈ ਇਫੈਕਟ ਨਹੀਂ ਹੁੰਦਾ, ਜਿੱਦਾਂ ਮਰਜ਼ੀ ਜਿਹੜਾ ਹੈ ਸਨਰੇਜ਼ ਪੈਂਦੀਆਂ ਰਹਿਣ, ਡੇ ਲੈਂਥ ਹੁੰਦਾ ਰਹੇ, ਉਹਦੇ ਉੱਪਰ ਕੋਈ ਇਫੈਕਟ ਨਹੀਂ ਹੋਣਾ, ਤਾਂ ਦੈਟ ਆਰ ਨੋਨ ਐਜ਼ ਡੇ ਨਿਊਟਰਲ ਪਲਾਂਟਸ, ਠੀਕ ਹੈ। ਡੇ ਨਿਊਟਰਲ ਪਲਾਂਟਸ ਹੁੰਦੇ ਕਿ ਜਿਨ੍ਹਾਂ ਦੇ ਉੱਪਰ ਕੋਈ ਇਫੈਕਟ ਨਹੀਂ ਹੋਣਾ, ਤਾਂ ਉਹਨਾਂ ਦੀ ਐਗਜ਼ਾਮਪਲ ਹੈ ਕੋਟਨ, ਮੱਕੀ, ਸਨਫਲਾਵਰ, ਸੈਫਲਾਵਰ ਐਂਡ ਗਰਾਊਂਡਨਟ, ਜਿਹੜਾ ਹੈ ਹੋਰ ਬਕਵੀਟ ਹੋ ਗਿਆ, ਟਮਾਟਰ ਹੋ ਗਿਆ, ਇਹ ਸਾਰੇ ਤੁਹਾਡੇ ਸਾਹਮਣੇ ਆ। ਇਹ ਸਾਰੀਆਂ ਕ੍ਰੋਪਸ ਦੇ ਐਗਜ਼ਾਮਪਲ ਜਿਹੜੇ ਹੈਗੇ ਆ, ਦੈਟ ਆਰ ਦਾ ਐਗਜ਼ਾਮਪਲ ਆਫ ਡਿਲੇ ਕ੍ਰੋਪਿੰਗ, ਠੀਕ ਹੈ। ਸੋਰੀ, ਡੇ ਨਿਊਟਰਲ ਪਲਾਂਟਸ ਹੁੰਦੇ ਆ ਇਹ ਸਾਰੇ, ਜਿਨ੍ਹਾਂ ਦੇ ਉੱਪਰ ਹੈ ਡੇ ਲੈਂਥ ਦਾ ਕੋਈ ਇਫੈਕਟ ਨਹੀਂ ਪੈਂਦਾ। ਨੈਕਸਟ, ਓਪਟੀਮਮ ਟਾਈਪ ਆਫ ਸੋਇੰਗ ਆਫ ਖਰੀਫ ਕ੍ਰੋਪਸ। ਖਰੀਫ ਕ੍ਰੋਪਸ ਹੁੰਦੀਆਂ ਆਪਣੀਆਂ ਗਰਮੀਆਂ ਵਾਲੀਆਂ ਕ੍ਰੋਪਸ ਹੁੰਦੀਆਂ, ਇਹਨਾਂ ਨੂੰ ਆਪਾਂ ਕਦੋਂ ਲਾਉਂਦੇ ਹਾਂ, ਤਾਂ ਜੂਨ ਜੁਲਾਈ ਦੇ ਵਿੱਚ ਇਹ ਲਾਈਆਂ ਜਾਂਦੀਆਂ, ਅਕਤੂਬਰ ਨਵੰਬਰ 'ਚ ਇਹ ਪੱਟੀਆਂ ਜਾਂਦੀਆਂ। ਖਰੀਫ ਕ੍ਰੋਪ ਦੇ ਵਿੱਚ ਰਾਈਸ ਆ ਗਿਆ, ਠੀਕ ਹੈ, ਗਰਾਊਂਡਨਟ ਆ ਗਿਆ, ਕੋਟਨ ਆ ਗਿਆ, ਇਹ ਜਿਹੜੀਆਂ ਕ੍ਰੋਪਸ ਦੇ ਅੰਦਰ ਆਉਂਦਾ, ਇਹਨਾਂ ਨੂੰ ਜਿਹੜਾ ਹੈ ਲਗਾਇਆ ਜਾਂਦਾ ਜੂਨ ਜੁਲਾਈ ਦੇ ਵਿੱਚ, ਐਂਡ ਓਪਟੀਮਮ ਟਾਈਮ ਇਹਨਾਂ ਦਾ ਜੂਨ ਜੁਲਾਈ ਹੀ ਹੈ। ਨੈਕਸਟ, ਓਪਟੀਮਮ ਟਾਈਮ ਫॉर ਰਬੀ ਕ੍ਰੋਪਸ। ਰਬੀ ਕ੍ਰੋਪਸ ਉਹ ਕ੍ਰੋਪਸ ਹੁੰਦੀਆਂ ਜਿਹੜੀਆਂ ਠੰਡ ਦੇ ਮੌਸਮ 'ਚ ਹੁੰਦੀਆਂ, ਤਾਂ ਦੈਟ ਆਰ ਨੋਨ ਐਜ਼ ਰਬੀ ਕ੍ਰੋਪਸ। ਇਹਨਾਂ ਨੂੰ ਅਕਤੂਬਰ ਨਵੰਬਰ 'ਚ ਲਾਇਆ ਜਾਂਦਾ, ਲਾਸਟ ਵੀਕ ਆਫ ਅਕਤੂਬਰ ਤੋਂ ਫਸਟ ਵੀਕ ਆਫ ਨਵੰਬਰ, ਠੀਕ ਹੈ। ਲਾਸਟ ਵੀਕ ਆਫ ਅਕਤੂਬਰ ਟੂ ਫਸਟ ਵੀਕ ਆਫ ਨਵੰਬਰ ਦੇ ਵਿੱਚ ਇਹਨੂੰ ਲਾਇਆ ਜਾਂਦਾ, ਅਤੇ ਇਹਨਾਂ ਨੂੰ ਕੀ ਕਿਹਾ ਜਾਂਦਾ, ਰਬੀ ਕ੍ਰੋਪਸ ਕਿਹਾ ਜਾਂਦਾ। ਇਹਦੇ ਅੰਦਰ ਵੀਟ ਆ ਗਿਆ, ਗ੍ਰਾਮ ਆ ਗਿਆ, ਛੋਲੇ ਵਗੈਰਾ ਆ ਗਏ, ਮਸਟਰਡ ਆ ਗਿਆ, ਸਰੋਂ, ਠੀਕ ਹੈ। ਤਾਂ ਜਿਹੜੀਆਂ ਕ੍ਰੋਪਸ ਹੁੰਦੀਆਂ ਦੈਟ ਆਰ ਨੋਨ ਐਜ਼, ਆਪਾਂ ਕਹਿ ਸਕਦੇ ਹਾਂ ਰਬੀ ਕ੍ਰੋਪਸ। ਦੇਖੋ, ਓਪਟੀਮਮ ਡੈਪਥ ਆਫ ਸੋਇੰਗ ਆਫ ਮੋਸਟ ਆਫ ਦਾ ਫੀਲਡ ਕ੍ਰੋਪਸ। ਫੀਲਡ ਕ੍ਰੋਪਸ ਹੈ, ਓਪਟੀਮਮ ਡੈਪਥ ਕਿੰਨਾ ਡੂੰਘਾਈ ਦੇ ਉੱਪਰ ਆਪਾਂ ਕ੍ਰੋਪਸ ਨੂੰ ਲਾਉਂਦੇ ਹਾਂ, ਤਾਂ ਦੈਟ ਇਜ਼ ਅ ਨੋਰਮਲ ਦੀ ਗੱਲ ਕਰੀਏ ਤਾਂ 3 ਤੋਂ 5 ਸੈਂਟੀਮੀਟਰ ਦੇ ਉੱਪਰ ਆਪਾਂ ਆਪਦੀ ਕ੍ਰੋਪ ਨੂੰ ਨੋਰਮਲ ਆਪਾਂ ਇੰਨਾ ਡੂੰਘਾ ਜਿਹੜਾ ਹੈ ਉਹਦੀ ਬੀਜ ਸਕਦੇ ਹਾਂ, ਠੀਕ ਹੈ। ਉਹਦੀ ਸੋਇੰਗ ਕਰਨੀ, ਉਹਨੂੰ ਬੀਜਣਾ 3 ਤੋਂ 5 ਸੈਂਟੀਮੀਟਰ ਦੇ ਉੱਪਰ ਆਪਾਂ ਉਹਨੂੰ ਦੀ ਬਿਜਾਈ ਕਰ ਸਕਦੇ ਹਾਂ, ਨੋਰਮਲ ਜਿਹੜੀ ਆਪਣੀ ਕ੍ਰੋਪ ਹੈ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਰਿਹਾ ਹੋਏਗਾ। ਨੈਕਸਟ, ਦਾ ਵੇਟ ਆਫ 1000 ਸੀਡਸ ਆਫ ਅ ਕਰੋਪ। ਆਪਾਂ ਕਹਿ ਸਕਦੇ ਹਾਂ 1000 ਸੀਡ ਹੈ ਕਿਸੇ ਕਰੋਪ ਦੇ, ਉਹਨੂੰ ਆਪਾਂ ਕਹਿੰਦੇ ਹਾਂ ਟੈਸਟ ਵੇਟ। 1000 ਸੀਡ ਹੈ ਤਾਂ ਉਹਨੂੰ ਆਪਾਂ ਟੈਸਟ ਵੇਟ ਕਹਾਂਗੇ। ਜੇ 100 ਸੀਡ ਹੋਣ ਉਹਦਾ ਇੱਕ ਨਾਮ ਅਲੱਗ ਹੁੰਦਾ, ਠੀਕ ਹੈ, ਦੈਟ ਆਰ ਨੋਨ ਐਜ਼ ਟੈਸਟ ਵੇਟ ਆਫ ਸੀਡ। ਅਗਰ 1000 ਸੀਡਸ ਹੈ ਕਰੋਪ ਦੇ ਤਾਂ। ਨੈਕਸਟ, ਜੇ 100 ਸੀਡਸ ਹੋਣ, ਦਾ ਵੇਟ ਆਫ 100 ਸੀਡਸ ਆਫ ਅ ਕਰੋਪ ਦੈਟ ਆਰ ਨੋਨ ਐਜ਼ ਸੀਡ ਇੰਡੈਕਸ। ਜੇ 100 ਸੀਡਸ ਹੈ ਉਹ ਕਿਸੇ ਪਰਟੀਕੂਲਰ ਕਰੋਪ ਦੇ ਤਾਂ ਆਪਾਂ ਕਹਾਂਗੇ ਸੀਡ ਇੰਡੈਕਸ। ਜੇ 1000 ਸੀਡ ਹੈ ਫਿਰ ਟੈਸਟ ਵੇਟ। ਨੈਕਸਟ, the recommended fertilizer dose NPK for cereals is। ਦੇਖੋ, ਇਹ ਰੇਸ਼ੋ ਦੇ ਵਿੱਚ ਕੁਛ ਰਿਕਮੈਂਡ ਕੀਤੇ ਜਾਂਦੇ ਆ ਵੀ ਇਸ ਤਰੀਕੇ ਨਾਲ ਤੁਸੀਂ ਫਰਟੀਲਾਈਜ਼ਰ ਪਾਉਣਾ, NPK ਪਾਉਣਾ, ਨਾਈਟ੍ਰੋਜਨ, ਫੋਸਫਰਸ, ਪੋਟਾਸ਼ ਦੇਣਾ। ਜੇ ਤੁਸੀਂ ਸੀਰੀਅਲਸ ਆ ਤਾਂ 4:1, ਠੀਕ ਹੈ। 4 ਰੇਸ਼ੋ ਦੇ ਵਿੱਚ ਨਾਈਟ੍ਰੋਜਨ ਹੋਊਗਾ, 2 ਰੇਸ਼ੋ ਉਦੋਂ ਅੱਧਾ ਜਿਹੜਾ ਆਪਾਂ ਕਹਿ ਸਕਦੇ ਫੋਸਫਰਸ, ਫਿਰ ਉਦੋਂ ਵੀ ਅੱਧਾ 1 ਦੇ ਵਿੱਚ ਜਿਹੜਾ ਹੈ ਆਪਣਾ ਖਰੀਫ ਆਪਾਂ ਕਹਿ ਸਕਦੇ ਹਾਂ ਪੋਟਾਸ਼ ਹੋਊਗਾ, ਠੀਕ ਹੈ। NPK ਦੀ ਰੇਸ਼ੋ ਹੈ ਦੈਟ ਇਜ਼ 4:1, 4:1 ਹੈ NPK ਆਫ ਸੀਰੀਅਲਸ। ਨੈਕਸਟ, ਰਿਕਮੈਂਡਡ ਫਰਟੀਲਾਈਜ਼ਰ ਡੋਜ਼ ਕਿੰਨੀ ਹੈ ਪਲਸ ਕਰੋਪ ਦੀ,
ਪਲਸ ਕਰੋਪ ਦੀ 1 to 1 ਹੈ, ਇੱਕ ਆ ਪੈਟਰਨ ਹੈ, ਇੱਕ 1 to 2 ਆ। ਠੀਕ ਹੈ, ਇਹਨਾਂ 'ਚੋਂ ਕੋਈ ਵੀ ਆਪਾਂ ਰਿਕਮੈਂਡਡ ਫਰਟੀਲਾਈਜ਼ਰ ਡੋਜ਼ ਲੈ ਸਕਦੇ ਹਾਂ। NPK ਜੀ that is 1 to 1 ਜਾਂ ਫਿਰ 1 to 2। ਨਾਈਟ੍ਰੋਜਨ ਫੋਸਫੋਰਸ ਪੋਟਾਸ਼ ਕਿੰਨਾ ਪਾਣਾ ਇਹ ਤੋਂ ਪਤਾ ਲੱਗੂਗਾ ਆਪਾਂ ਨੂੰ। ਦੇਖੋ ਜਿਹੜੀ ਰਿਕਮੈਂਡਡ ਫਰਟੀਲਾਈਜ਼ਰ ਹੁੰਦੇ ਆ ਆਇਲ ਸੀਡਸ ਦੇ, ਜਿਨ੍ਹਾਂ ਤੋਂ ਆਪਾਂ ਨੂੰ ਆਇਲ ਮਿਲਦਾ, ਦੈਟ ਇਜ਼ 3 2 and 1। ਆਹ ਵਾਲਾ ਜਿਹੜਾ ਰਿਕਮੈਂਡਡ ਡੋਜ਼ ਹੁੰਦੀ ਹੈ ਉਹਦੀ ਆਇਲ ਸੀਡਸ ਦੀ, ਜਿਹਨਾਂ ਤੋਂ ਆਪਾਂ ਕਹਿ ਸਕਦੇ ਆਇਲ ਐਕਸਟਰੈਕਟ ਹੁੰਦਾ, ਆਇਲ ਮਿਲਦਾ, ਦੈਟ ਇਜ਼ 3 2 and 1 ਰੇਸ਼ੋ ਦੇ ਵਿੱਚ NPK ਪਾਉਣਾ ਹੁੰਦਾ। ਆਪਾਂ ਕਹਿ ਸਕਦੇ ਹਾਂ ਕਿੰਨਾ ਰਿਕਮੈਂਡਡ ਫਰਟੀਲਾਈਜ਼ਰ ਡੋਜ਼ ਹੁੰਦਾ ਫੋਡਰ ਦਾ, ਫਾਈਬਰ ਕ੍ਰੌਪ ਦਾ। ਠੀਕ ਹੈ, ਆਪਾਂ ਜਿਹੜਾ ਹੈ ਆਪਣੇ ਚਾਰੇ ਵਾਸਤੇ ਕ੍ਰੌਪਸ ਗਰੋ ਕੀਤੀਆਂ, ਫਾਈਬਰ ਵਾਸਤੇ, ਫੋਡਰ ਵਾਸਤੇ, ਦੈਟ ਇਜ਼ 2 1 and 4। 2 1 and 4 ਆਪਾਂ ਉਹਨੂੰ ਕਰ ਸਕਦੇ ਹਾਂ ਰਿਕਮੈਂਡਡ ਡੋਜ਼ ਹੁੰਦਾ ਉਹਦੀ, ਜਾਂ ਤਾਂ ਫੋਡਰ ਕ੍ਰੌਪਸ ਦੀ ਚਾਰੇ ਵਾਲੀਆਂ ਜਾਂ ਫਾਈਬਰ ਕ੍ਰੌਪਸ ਦੇ 2 1 4। ਨੈਕਸਟ ਆਪਣੀਆਂ C3 ਪਲਾਂਟਸ ਕਿਹੜੇ ਹੁੰਦੇ ਆ, ਦੋ ਤਰ੍ਹਾਂ ਦੇ ਹੁੰਦੇ C3 ਪਲਾਂਟਸ, C4 ਪਲਾਂਟਸ। ਇਹਨਾਂ ਦੇ ਵਿੱਚ ਜਿਹੜੇ C3 ਪਲਾਂਟਸ ਹੁੰਦੇ ਆ C3 ਕਾਰਬਨਸ ਫੋਰਮੇਸ਼ਨ ਹੁੰਦੀ ਹੈ ਐਂਡ C4 ਦੇ C4 ਕਾਰਬਨਸ ਬਣਦੇ ਆ। C3 ਜਿਹੜਾ ਹੈ ਆਪਣੇ ਪਲਾਂਟਸ ਆ ਉਹਨਾਂ ਦੇ ਕੁਛ ਐਗਜ਼ਾਮਪਲਸ ਯਾਦ ਰੱਖਣੀ ਹੈ। ਇਹਦੇ ਅੰਦਰ ਆਪਣੀ ਮੇਨ ਰਾਈਸ ਆ ਜਾਂਦੀ ਹੈ, ਵੀਟ ਆ ਜਾਂਦਾ, ਸਾਰੀਆਂ ਜ਼ਿਆਦਾ ਕ੍ਰੋਪਸ ਆਪਣੀ C3 ਹੁੰਦੀਆਂ, ਕੁਛ ਹੀ ਕ੍ਰੋਪ C4 ਹੁੰਦੀਆਂ। ਰਾਈਸ, ਵੀਟ, ਬਾਰਲੇ ਜੌਂ, ਪੀ ਆ ਗਿਆ, ਗ੍ਰਾਮ ਆ ਗਿਆ, ਮਸਟਰਡ ਆ ਗਿਆ, ਰਾਈ ਆ ਗਿਆ, ਕੋਟਨ ਆ ਗਿਆ, ਅਰਹਰ ਆ ਗਿਆ, ਸੋਇਆਬੀਨ ਆ ਗਿਆ। ਠੀਕ ਹੈ, ਹੋਰ ਸਨਫਲਾਵਰ, ਲੈਂਟਿਲ, ਸ਼ੂਗਰ ਬੀਟ ਐਂਡ ਟਮੈਟੋ, ਇਹ ਕ੍ਰੋਪਸ ਆਪਣੇ C3 ਪਲਾਂਟਸ ਦੇ ਅੰਦਰ ਹੈ, ਤੁਸੀਂ ਨੋਟ ਕਰ ਲੈਣਾ। ਠੀਕ ਹੈ, ਆਈ ਹੋਪ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਐਨੀ ਡਾਊਟ ਗਾਈਜ਼? C4 ਪਲਾਂਟਸ ਕਿਹੜੇ ਹੁੰਦੇ ਆ? C4 ਪਲਾਂਟਸ ਆਰ ਮੱਕੀ ਹੋ ਗਿਆ, ਸੋਰਗਮ ਹੋ ਗਿਆ, ਜਵਾਰਾ, ਬਾਜਰਾ ਹੋ ਗਿਆ, ਸ਼ੂਗਰ ਕੇਨ ਹੋ ਗਿਆ ਐਂਡ ਮਿਲਟਸ ਹੋ ਗਏ। ਠੀਕ ਹੈ, ਇਹ ਜਿਹੜੇ ਹੁੰਦੇ ਆ ਸਾਰੇ C4 ਪਲਾਂਟਸ ਹੁੰਦੇ ਆ। ਓਕੇ, ਆਹ C3 ਪਲਾਂਟ ਸੀਗੇ। ਅਤੇ ਇਹ ਜਿਹੜੇ ਪਲਾਂਟਸ ਹੈ ਮੱਕੀ ਹੈ, ਸੋਰਗਮ ਹੈ, ਬਾਜਰਾ ਅਤੇ ਗੰਨਾ, ਇਹ ਮਿਲਟਸ ਸਾਰੇ C4 ਦੇ ਅੰਦਰ ਆਉਂਦੇ ਆ। ਠੀਕ ਹੈ, ਤਾਂ ਇਹ ਕੁਛ ਜਿਹੜੇ ਹੈ 1 ਲਾਈਨਰ ਟਾਈਪ ਕੁਐਸਚਨ ਸੀ ਜੋ ਆਪਾਂ ਡਿਜ਼ਾਈਨ ਕੀਤੇ ਸੀ ਅੱਜ ਲਈ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗਿਆ ਹੋਏਗਾ, ਪ੍ਰੋਪਰ ਤਰੀਕੇ ਨਾਲ ਸਮਝ ਆਇਆ ਹੋਊਗਾ। ਸਾਰੇ ਕੁਐਸਚਨਸ ਗਾਈਜ਼ ਸਾਡੇ ਐਗਜ਼ਾਮ ਓਰੀਐਂਟਡ ਸੀ, ਤੁਸੀਂ ਅੱਛੇ ਤਰੀਕੇ ਨਾਲ ਹੈ ਸਾਰਾ ਸੈਸ਼ਨ ਦੇਖਣਾ। ਠੀਕ ਹੈ, ਤੁਸੀਂ ਰਿਪੀਟ 'ਤੇ ਦੁਬਾਰਾ ਵੀ ਦੇਖ ਸਕਦੇ ਹੋ। ਐਂਡ ਜਿਹੜਾ ਹੈ ਆਪਣੀ ਟੈਲੀਗ੍ਰਾਮ ਚੈਨਲ 'ਤੇ ਤੁਹਾਨੂੰ PDFs ਅਵੇਲੇਬਲ ਹੋ ਜਾਣਗੀਆਂ, ਡੋਂਟ ਵਰੀ ਐਟ ਆਲ। ਐਂਡ ਤੁਸੀਂ ਵਿਜ਼ਿਟ ਕਰ ਸਕਦੇ ਹੋ, that is www.cbcexamguru.in 'ਤੇ। ਕੰਟੈਕਟ ਨੰਬਰ ਮੈਂਸ਼ਨ ਹੈ 7814109600। ਓਕੇ, ਤੁਸੀਂ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ। ਸੋ ਦੈਟਸ ਇਟ ਗਾਈਜ਼, ਥੈਂਕ ਯੂ ਸੋ ਮਚ।